सतनाम वाहिगुरु साहिब जीओ। कबीर परदेसी कै घागरै, चौं दिस लागी आग। हिंथा जल कोयला भई, तागे अंच ना लाग। कबीर खिंथा जल कोयला भई, खापर फूट मफूट। जोगी बपुड़ा खेलियो, आसन रही विभूत। कबीर थोरै जल माछुली, धीवर मिलियो जाल। एह टोगन ना छूट सह, फिर कर समुंद संभाल। कबीर समुंद ना छोड़िया, जो अत खारो होए। पोखर पोखर ढूंढते, भलो न कह कोए। वाहिगुरु जी का खालसा, वाहिगुरु जी की फतेह। दीन दुनिया दे मालक सतगुरु दसां पातशाहियां दे परतख स्वरूप समर्थ गुरु श्री गुरु ग्रंथ साहिब महाराज सच्चे पातशाह जी दे चरनां विच सुभाएमान सत्कारयोग सन्मानयोग साध संगत जी, अकाल पुरख वाहिगुरु ने बख्शिश की है, अपने चरनां विच बैठण दा समा बख्शिया। और आप जी बड़े प्यार सत्कार नाल भाई साहब जी तो इस अस्थान ते चलदी लड़ीवार श्री गुरु ग्रंथ साहिब पातशाह जी की व्याख्या सरवण करके लाभ उठा रहे थे। और दास दे प्रकरण विच भगत कबीर साहब जी दे श्लोक इन्हां अस्थानां ते लड़ीवार रूप विच आपां विचार रहे हैं। और ये चारे श्लोक अज दे समय विच जिन्ना को हो सकिया सतगुरु की बख्शिश प्राप्त करांगे। सो सारे आप जी करो किरपा, आपो अपनियां मनोबिरतियां नूं इकागर करके गुरु के शब्द नाल सांझ पाइए। जिवें कि कबीर साहब जी ने पहले श्लोक विच इस जीव नूं परदेसी कहा है। परदेसी का मतलब है जो किसी होर टिकाणे तो आके आरजी तौर ते किसी देश विच वसदा, पक्के तौर ते उहदी उत्थे रहाइश नहीं। उहनूं वक्ती तौर ते कुछ मोहलत कुछ समा दिता जांदा है, बई तूं इन्ने दिन जां इन्ने महीने जां इन्ने साल इस देश विच रहेंगा ते उन्ने समय दौरान जे तां तूं इस थां ते रहिंदियां सीधे मार्ग ते तुरिया, इस समय दे विच कुछ कमा लिया ते फिर तैनूं इस देश विचों लाभ मिलेगा, सत्कार भी दिता जाएगा। पर जे उस देश विच आके मनुख बद फैली करदा है, उस देश दे नियम नूं तोड़ के जिउंदा है, जिथे उस देश विच उहनूं सत्कार जां धन दा होर कई प्रकार दा लाभ मिलना सी, उस कंट्री उस देश दे विच बनाए हुए नियम की उलंघना करन करके जिस देश विच सुख मिलना सी उहदे विच ही वो दुख नूं प्राप्त कर लैंदा। थां इको है, वस्तु एक है, जीवन इको जिहा है। एक नियम दे अनुसार बने हुए कानून अनुसार तुरदा ते दूसरा कानून की उलंघना करदा। दोवां विच फर्क पै गया। एक हार के चला गया,
ਤੇ ਇੱਕ ਜਿੱਤ ਕੇ ਚਲਾ ਗਿਆ। ਫਿਰ ਜਿਨ੍ਹਾਂ ਨੇ ਇਹ ਉਦਾਹਰਨ ਸੀ ਕੇਵਲ, ਫਿਰ ਉਸ ਦੇਸ਼ ਦੀ ਮੋਹਲਤ ਤੇ ਸਮਾਂ ਵੀ ਦਿੱਤਾ ਜਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਵੀ ਆ ਜਿਹੜਾ ਤੇਰਾ ਸਰੀਰ ਹੈ ਨਾ, ਤੇ ਜਿੰਨੇ ਤੈਨੂੰ ਸਵਾਸ ਮਿਲੇ ਨੇ, ਤੂੰ ਪੱਕੇ ਤੌਰ ਤੇ ਇਸ ਜ਼ਮੀਨ ਦਾ ਵਸਨੀਕ ਨਹੀਂ ਹੈ। ਇਹ ਪ੍ਰਦੇਸ਼ ਹੈ ਜਿੱਥੇ ਤੂੰ ਰਹਿ ਰਿਹਾ, ਇਹ ਤੇਰਾ ਦੇਸ਼ ਨਹੀਂ ਹੈ। ਇਸ ਪ੍ਰਦੇਸ਼ ਵਿੱਚ ਤੈਨੂੰ ਮੋਹਲਤ ਮਿਲੀ ਹੈ। ਜਿਵੇਂ ਆਪਾਂ ਐਂਟਰੀ ਲੈਂਦੇ ਹਾਂ, ਉਹਦੇ ਦਿਨ ਗਿਣ ਕੇ ਦਿੱਤੇ ਜਾਂਦੇ, ਸਮਾਂ ਦਿੱਤਾ ਜਾਂਦਾ। ਉਹਦੇ ਤੋਂ ਬਾਅਦ ਉਸ ਦੇਸ਼ ਵਿੱਚ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਜਾਲੀ ਤੌਰ ਤੇ, ਨਕਲੀ ਤੌਰ ਤੇ ਇੱਥੇ ਰਹਿ ਰਿਹਾ, ਉਲੰਘਣਾ ਕਰ ਰਿਹਾ। ਇਹ ਤਾਂ ਸੰਸਾਰ ਦੀ ਉਦਾਹਰਨ ਹੈ, ਪਰ ਸਤਿਗੁਰੂ ਕਹਿੰਦੇ ਇਸ ਜ਼ਮੀਨ ਦੇ ਉੱਤੇ ਇੱਥੇ ਖੇਡ ਬਣਾਈ ਅਕਾਲ ਪੁਰਖ ਵਾਹਿਗੁਰੂ ਨੇ। ਉਹ ਹਰ ਇੱਕ ਮਨੁੱਖ ਆਪਣੇ ਦਿੱਤੇ ਹੋਏ ਸਮੇਂ ਅਨੁਸਾਰ ਤੇ ਸਵਾਸ ਲੈ ਕੇ ਇੱਥੇ ਜਨਮ ਲੈਂਦਾ। ਦੋ ਚੀਜ਼ਾਂ ਮੰਨੀਆਂ ਗਈਆਂ ਨੇ ਗੁਰਬਾਣੀ ਵਿੱਚ, ਕਿ ਇੱਕ ਤਾਂ ਜਿੰਨਾ ਇਹਨੇ ਖਾਣਾ, ਉਸ ਖਾਣੇ ਦੇ ਅਨੁਸਾਰ, ਉਸ ਦਾਣੇ ਦੇ ਅਨੁਸਾਰ ਇਹ ਵਿਚਰਦਾ ਹੈ। ਬਾਣੀ ਦੇ ਬਚਨ ਨੇ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਨੱਥ ਦਾ ਮਤਲਬ ਹੁੰਦਾ, ਤੁਸੀਂ ਸਮਝਦੇ ਹੋ, ਕਿਸੇ ਬਲਦ ਨੂੰ, ਕਿਸੇ ਪਸ਼ੂ ਨੂੰ ਆਪਣੇ ਅਨੁਸਾਰ ਰੱਖਣ ਵਾਸਤੇ। ਜ਼ਿਮੀਂਦਾਰ ਉਹਦੇ ਨੱਕ ਵਿੱਚ ਸੁਰਾਖ ਕੱਢ ਕੇ ਉਹਦੇ ਵਿੱਚ ਰੱਸੀ ਪਾ ਕੇ ਉਹਨੂੰ ਨੱਥ ਲੈਂਦੇ। ਸਤਿਗੁਰੂ ਕਹਿੰਦੇ ਵੀ ਜੇ ਮਨੁੱਖ ਨੂੰ ਇੱਕ ਸਮਝ ਆ ਜਾਏ ਨਾ, ਇੱਥੇ ਰਹਿਣਾ ਕੋਈ ਦੁੱਖ ਨਹੀਂ। ਅਕਾਲ ਪੁਰਖ ਵਾਹਿਗੁਰੂ ਨੇ ਜਿੱਦਣ ਸਾਨੂੰ ਜਨਮ ਦਿੱਤਾ ਸੀ, ਇੱਕ ਹੁਕਮ ਦੀ ਨੱਥ ਸਾਡੇ ਨੱਕ ਵਿੱਚ ਪਾਈ। ਉਹ ਨੱਥ ਤਾਂ ਪਾਈ ਗਈ ਸੀ ਤਾਂ ਕਿ ਇਹਨੂੰ ਉਸ ਨੱਥ ਦੇ ਰਾਹੀਂ, ਉਸ ਇਉਂ ਕਹਿ ਲਓ ਜਿਵੇਂ ਗੱਡੀ ਦਾ ਸਟੀਅਰਿੰਗ ਹੈ, ਉਹਦੇ ਨਾਲ ਉਹ ਸਿੱਧੀ ਚੱਲੇਗੀ। ਇਹ ਨੱਥ ਦਾ ਮਤਲਬ ਸੀ ਵੀ ਪਰਮਾਤਮਾ ਨੇ ਜਿੱਦਣ ਦਾ ਸਾਨੂੰ ਪੈਦਾ ਕੀਤਾ, ਉਦਣ ਇੱਕ ਨੱਥ ਪਾਈ ਆਪਣੇ ਹੁਕਮ ਦੀ, ਵੀ ਤੂੰ ਇਸ ਤਰ੍ਹਾਂ, ਇਸ ਢੰਗ ਨਾਲ, ਇਸ ਰਾਹ ਤੇ ਇਦਾਂ ਜਾਣਾ। ਸਾਰਾ ਕੁਝ ਮਿਥ ਦਿੱਤਾ ਗਿਆ। ਔਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੰਨੀ ਵੀ ਬਾਣੀ ਹੈ, ਸਾਧ ਸੰਗਤ ਜੀ ਉਸ ਨੱਥ ਦੇ ਨਾਲ ਸਹਿਮਤ ਹੋਣ ਦਾ ਜ਼ਿਕਰ ਕਰਦੀ। ਜਿਹੜੀ ਨੱਥ ਸਾਨੂੰ ਪਾ ਕੇ ਭੇਜੀ ਹੈ ਨਾ ਵਾਹਿਗੁਰੂ ਨੇ ਹੁਕਮ ਦੀ, ਬਸ ਇੱਕੋ ਹੀ ਹੈ। ਆਮ ਤੌਰ ਤੇ ਸਾਡਾ ਸਵਾਲ ਹੈ, ਸਾਰਿਆਂ ਦਾ ਹੀ ਹੈ, ਕਹਿਣ ਵਾਲਿਆਂ ਦਾ ਵੀ, ਸੁਣਨ ਵਾਲਿਆਂ ਦਾ ਵੀ, ਪੜ੍ਹਨ ਵਾਲਿਆਂ ਦਾ ਵੀ, ਪੜ੍ਹਾਉਣ ਵਾਲਿਆਂ ਦਾ ਵੀ। ਸਵਾਲ ਤੇ ਸਾਰਿਆਂ ਦਾ ਇੱਕੋ ਹੈ ਵੀ ਸੁੱਖ ਕਿਵੇਂ ਮਿਲੇ ਤੇ ਦੁੱਖ ਦੀ ਨਿਵਰਤੀ ਕਿਵੇਂ ਹੋ। ਜਗਤ ਵਿੱਚ ਆਦਮੀ ਸਮੁੱਚੇ ਤੌਰ ਤੇ ਕਹਿ ਲਈਏ, ਭਾਵੇਂ ਕੁਝ ਮੰਗ ਰਿਹਾ, ਭਾਵੇਂ ਧਨ ਮੰਗ ਰਿਹਾ ਹੈ, ਜਾਇਦਾਦ ਮੰਗ ਰਿਹਾ, ਤੰਦਰੁਸਤੀ ਮੰਗਦਾ ਪਿਆ, ਇੱਜ਼ਤ ਮੰਗਦਾ, ਜੋ ਵੀ ਮੰਗੇਗਾ ਪਰਮਾਤਮਾ ਤੋਂ, ਗੁਰੂ ਤੋਂ, ਉਹਦੇ ਪਿੱਛੇ ਚੀਜ਼ ਇੱਕੋ ਹੀ ਕੰਮ ਕਰੇਗੀ ਵੀ ਸੁੱਖ ਦੀ ਮੰਗ ਕਰਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਸੁੱਖ ਕਿਵੇਂ ਮਿਲੇਗਾ? ਕਿਉਂਕਿ ਕਈ ਵਾਰੀ ਦੋ ਚੀਜ਼ਾਂ ਮੈਂ ਆਪ ਜੀ ਨਾਲ ਬੇਨਤੀ ਕਰਾਂਗਾ। ਹਜ਼ੂਰ ਕਹਿੰਦੇ ਸਾਰੇ ਸੁੱਖ ਮੰਗਦੇ ਨੇ, ਦੁੱਖ ਤੋਂ ਸਾਰੇ ਲੋਕ ਭੱਜੇ ਜਾ ਰਹੇ। ਯਤਨ ਨੇ ਅੰਦਰ ਇੱਕ ਡਰ ਬੈਠਾ ਹੋਇਆ, ਦੁੱਖ ਨਾ ਆ ਜਾਏ। ਦੂਜਾ ਡਰ ਬੈਠਾ ਵੀ ਸੁੱਖ ਹੁਣ ਕੋਲ ਵੀ ਹੈ। ਉਸ ਹਾਲਤ ਵਿੱਚ ਇੱਕ ਅੰਦਰ ਭਰਮ ਚੱਲਦਾ ਰਹਿੰਦਾ ਵੀ ਇਹ ਸੁੱਖ ਕਿਤੇ ਹੱਥਾਂ ਵਿੱਚੋਂ ਨਿਕਲ ਨਾ ਜਾਏ, ਕਿਉਂਕਿ ਉਦਾਹਰਨਾਂ ਸਾਡੇ ਸਾਹਮਣੇ ਨੇ। ਜਿਹੜੇ ਸੁਖੀ ਸਨ ਉਹ ਦੁੱਖ ਵਿੱਚ ਪੈ ਗਏ, ਜਿਹੜੇ ਦੁਖੀ ਸਨ ਬਦਲਦਾ ਗਿਆ। ਕਿਉਂਕਿ ਛਾਂ ਤੇ ਧੁੱਪ ਦੀ ਖੇਡ, ਚੀਜ਼ਾਂ ਬਦਲਦੀਆਂ। ਅਸਲ ਵਿੱਚ ਇਸ ਸਿਧਾਂਤ ਨੂੰ ਗੁਰੂ ਸਾਹਿਬ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਵੀ ਸੁੱਖ ਦੁੱਖ ਤੋਂ ਭੱਜਣ ਦੀ ਬਜਾਏ ਤੂੰ ਇਹਦੇ ਸਿਧਾਂਤ ਨੂੰ ਸਮਝ ਹੈ ਕਿ ਇਹ ਤਬਦੀਲੀ ਹੈ ਸੰਸਾਰ ਸਾਰਾ। ਜਗਤ ਵੱਲ ਵੇਖ, ਸੂਰਜ ਲਗਾਤਾਰ ਤੁਰੀ ਜਾ ਰਿਹਾ, ਲਗਾਤਾਰ ਧਰਤੀ ਤੇ ਦਿਨ ਰਾਤ ਵਾਪਰਦੇ ਜਾ ਰਹੇ। ਜਿਹੜੇ ਰੁੱਖ ਉੱਗਦੇ ਨੇ ਇੱਕ ਰੁੱਤ ਵਿੱਚ ਉਹਨਾਂ ਨੂੰ ਪੱਤੇ ਲੱਗਦੇ ਨੇ, ਦੂਸਰੀ ਰੁੱਤ ਵਿੱਚ ਝੜ ਜਾਂਦੇ ਨੇ, ਫਿਰ ਲੱਗਦੇ। ਨਦੀਆਂ ਲਗਾਤਾਰ ਸਮੁੰਦਰ ਵੱਲ ਚੱਲੀ ਜਾ ਰਹੀਆਂ, ਤਾਰੇ ਸਿਆਰੇ ਲਗਾਤਾਰ ਘੁੰਮੀ ਜਾ ਰਹੇ। ਜਿੱਧਰ ਵੀ ਝਾਤੀ ਮਾਰਨੇ ਆ, ਜਗਤ ਵਿੱਚ ਕੁਝ ਵੀ ਰੁਕਦਾ ਨਹੀਂ ਪਿਆ। ਤੇ ਇਸ ਸਿਧਾਂਤ ਨੂੰ ਜਿੱਦਣ ਮਨੁੱਖ ਨੇ ਸਮਝ ਲਿਆ, ਉਹਨੂੰ ਪਤਾ ਲੱਗ ਜਾਏਗਾ ਵੀ ਤੁਰਦੇ ਦੇ ਨਾਲ ਰੁਕਣਾ ਦੁੱਖ ਹੈ। ਧਿਆਨ ਦੇਣਾ, ਬਾਣੀ ਦੇ ਵਿੱਚ ਬਚਨ ਕੀਤਾ, ਜਗਤ ਤੁਰੀ ਜਾਂਦਾ ਹੈ। ਤੁਸੀਂ ਵੇਖੋ ਦੁੱਖ ਕਾਹਦਾ ਹੈ? ਅਸੀਂ ਕਹਿੰਦੇ ਹਾਂ ਵੀ ਜਿਹੜਾ ਤੁਰੀ ਜਾਂਦਾ ਉਹ ਰੁਕ ਜਾਏ, ਤੇ ਜਿਹੜਾ ਰੁਕਿਆ ਉਹਦੇ ਨਾਲ ਅਸੀਂ ਜੁੜਨਾ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਦਾਹਰਨ ਦਿੱਤੀ ਹੈ ਕਿ ਦੋਏ ਕੁੜ ਚੱਕੀ ਜੋੜ ਕੇ
ਪੀਸਨ ਆਏ ਬਹਿਠ, ਜੋ ਦਰ ਰਹੇ ਸੋ ਉਬਰੇ, ਨਾਨਕ ਅਜਬ ਡਿਠ। ਅਜਬ ਦਾ ਅਰਥ ਹੁੰਦਾ ਹੈਰਾਨ ਕਰਨ ਵਾਲੀ ਘਟਨਾ। ਜਿਸ ਸੁੱਖ ਦੀ ਪ੍ਰਾਪਤੀ ਵਾਸਤੇ ਅਸੀਂ ਘੁੰਮ ਰਹੇ ਹਾਂ, ਸਤਿਗੁਰੂ ਕਹਿੰਦੇ ਉਹਦਾ ਸਾਰ ਤੱਤ ਸਮਝ। ਜਿਵੇਂ ਇੱਕ ਚੱਕੀ ਵਿੱਚ ਆਟਾ ਪੀਆ ਜਾਂਦਾ ਹੈ ਤੇ ਚੱਕੀ ਦਾ ਇੱਕ ਪੁੜ ਖੜਾ ਹੋਇਆ ਤੇ ਇੱਕ ਪੁੜ ਘੁੰਮਦਾ ਹੈ। ਪੁੜ ਤੁਸੀਂ ਹੁਣ ਜਿਹੜੇ ਇੰਡੀਆ ਵਿੱਚ ਜੀ ਕੇ ਆਏ ਤੇ ਪੁੜ ਸਮਝ ਲੈਣਗੇ। ਦੋ ਪੁੜ ਨੇ ਚੱਕੀ ਦੇ, ਦੋ ਹਿੱਸੇ ਨੇ, ਦੋ ਵੀਲ ਨੇ। ਇੱਕ ਵੀਲ ਖੜਾ ਹੋਇਆ ਥੱਲੇ ਵਾਲਾ, ਉਸ ਖੜੇ ਹੋਏ ਵੀਲ ਦੇ ਸੈਂਟਰ ਵਿੱਚ ਇੱਕ ਹੱਬ ਹੈ, ਇੱਕ ਕਿੱਲੀ, ਤੇ ਜਿਹੜਾ ਦੂਸਰਾ ਵੀਲ ਹੈ ਨਾ, ਦੂਸਰਾ ਪਹੀਆ, ਦੂਸਰਾ ਪੁੜ ਉਹਦੇ ਉੱਤੇ ਰੱਖਿਆ ਗਿਆ। ਉਸ ਕਿੱਲੀ ਵਿੱਚ ਪਾ ਕੇ ਉਹਨੂੰ ਫੜ ਕੇ ਘੁਮਾਇਆ ਜਾਂਦਾ ਹੈ। ਵਿੱਚ ਉਹਦੇ ਦਾਣੇ ਪਾਉਂਦੇ ਸਨ ਕਣਕ ਵਾਲੇ, ਪਹਿਲਾਂ ਦੀ ਪੁਰਾਣੀ, ਹੁਣ ਤਾਂ ਇਹ ਚੀਜ਼ਾਂ ਬਦਲ ਗਈਆਂ। ਜਦੋਂ ਦੋਵੇਂ ਪੁੜ ਜਿਹੜੇ ਨੇ ਚੱਲਦੇ ਨਾ, ਇੱਕ ਖੜਾ ਹੈ ਤੇ ਇੱਕ ਤੁਰਦਾ ਹੈ, ਜਿਹੜੇ ਵਿੱਚ ਦਾਣੇ ਹੁੰਦੇ ਨੇ ਉਹ ਪੀਸੇ ਜਾਂਦੇ ਨੇ, ਆਟਾ ਬਣ ਜਾਂਦਾ ਉਹਨਾਂ। ਸਤਿਗੁਰੂ ਕਹਿੰਦੇ ਇੱਥੇ ਕਾਲ ਤੇ ਅਕਾਲ ਦੇ ਦੋ ਪੁੜ ਨੇ, ਧਿਆਨ ਦੇਣਾ। ਕਾਲ ਦੇ ਅਰਥ ਜਿਹੜੀਆਂ ਚੀਜ਼ਾਂ ਬਦਲੀ ਜਾਂਦੀਆਂ ਨੇ, ਤੇ ਅਕਾਲ ਦੇ ਅਰਥ ਜਿਹੜੀਆਂ ਚੀਜ਼ਾਂ ਖੜੀਆਂ ਹੋਈਆਂ। ਦੋ ਚੀਜ਼ਾਂ ਦਾ ਪੁੜ ਚੱਲਦਾ, ਤੇ ਜਦੋਂ ਚੱਲਦਾ ਇੱਥੇ ਕੋਈ ਨਹੀਂ ਬਚਿਆ ਅੱਜ ਤੱਕ ਸਰੀਰਕ ਤੌਰ ਤੇ ਜਿਹਨੂੰ ਕਾਲ ਤੇ ਅਕਾਲ ਦੀ ਚੱਕੀ ਨੇ ਸਮੇਂ ਅਨੁਸਾਰ ਪੀ ਨਾ ਦਿੱਤਾ ਹੋਵੇ, ਖਤਮ ਕਰ ਦਿੱਤਾ। ਪਰ ਜਦੋਂ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਕੋਈ ਬਚਿਆ ਵੀ ਹੈ? ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਜੋ ਦਰ ਰਹੇ ਸੋ ਉਭਰੇ। ਜਿਹੜੇ ਦਰ ਤੇ ਆ ਗਏ ਉਹ ਬਚ ਗਏ। ਦਰ ਦਾ ਅਰਥ ਉਹ ਕਿੱਲੀ ਜਿਹੜੀ ਖੜੀ ਹੋਈ ਨਾ ਸੈਂਟਰ ਵਿੱਚ, ਜਿਹੜੇ ਦਾਣੇ ਉਹਦੇ ਨਾਲ ਜੁੜ ਗਏ ਉਹ ਦਾਣੇ ਬਚ ਗਏ। ਯਾਨੀ ਕਿ ਮਨੁੱਖ ਕੀ ਕਰ ਰਿਹਾ ਹੈ? ਚੱਲਦੀਆਂ ਚੀਜ਼ਾਂ ਨੂੰ ਰੋਕਣ ਦਾ ਯਤਨ ਕਰ ਰਿਹਾ ਹੈ, ਜਿਹੜਾ ਇੱਕ ਅਧਿਆਤਮਕ ਅਪਰਾਧ ਹੈ। ਧਿਆਨ ਦੇਣਾ, ਚੱਲਦੀਆਂ ਚੀਜ਼ਾਂ ਨੂੰ। ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂਗਾ, ਸਾਡੀ ਇੱਛਾ ਕੀ ਹੈ। ਮੈਂ ਇੱਕੋ ਹੀ ਉਦਾਹਰਨ ਤੇ ਬੇਨਤੀ ਕਰਦੇ, ਉੱਥੋਂ ਪਤਾ ਲੱਗ ਜਾਏਗਾ ਵੀ ਇਸ ਸੰਸਾਰ ਨੂੰ ਰੋਕਣਾ ਚਾਹੁੰਦੇ, ਬ੍ਰੇਕ ਦੇਣਾ ਚਾਹੁੰਦੇ। ਅਸੀਂ ਕੀ ਕਰ ਰਹੇ ਹਾਂ? ਬੱਚਾ ਹੈ ਤੇ ਬੱਚੇ ਬਚਪਨ ਤੋਂ ਲੈ ਕੇ ਜਵਾਨ ਹੋਇਆ, ਸਾਡੇ ਸਾਰਿਆਂ ਤੇ ਦਸ਼ਾ ਆਈ। ਜਦੋਂ ਜਵਾਨੀ ਆਈ ਤੇ ਜਵਾਨੀ ਦੇ ਵਿੱਚ ਪਤਾ ਲੱਗਾ ਵੀ ਬਚਪਨ ਵੇਲੇ ਤੇ ਉਮੰਗ ਸੀ ਵੀ ਸਫ਼ਰ ਕਰਕੇ ਸਰੀਰ ਜਵਾਨੀ ਤੱਕ ਜਾਏ। ਹਰ ਇੱਕ ਬੱਚਾ ਜਦੋਂ ਹੋਸ਼ ਵਿੱਚ ਆਉਂਦਾ ਹੈ, ਕੁਦਰਤੀ ਤੌਰ ਤੇ ਉਹਦੇ ਅੰਦਰ ਇੱਛਾ ਹੁੰਦੀ ਜਵਾਨੀ ਜਲਦੀ ਆ ਜਾਏ। ਉੱਥੋਂ ਲੈ ਕੇ ਤੇ ਉਮੰਗ ਸੀ ਅੱਗੇ ਵਧਣ ਦੀ। ਪਰ ਜਿੱਦਣ ਜਵਾਨੀ ਆਈ ਨਾ, ਤੇ ਜਵਾਨੀ ਥੋੜੀ ਜਿਹੀ ਅੱਗੇ ਲੰਘੀ, ਕੋਈ ਧੌਲਾ ਆਉਣ ਲੱਗਾ, ਚਿੱਟਾ, ਤੇ ਫਿਰ ਇਹਨੇ ਕੀ ਕਰਨਾ ਸ਼ੁਰੂ ਕਰ ਦਿੱਤਾ? ਫੜਨਾ ਸ਼ੁਰੂ ਕਰ ਦਿੱਤਾ। ਉਸ ਫੜਿਆ ਬਈ ਹੁਣ ਇਹਦੂ ਅੱਗੇ ਨਾ ਜਾਏ। ਇੱਥੇ ਨੁਕਸ ਸ਼ੁਰੂ ਹੋ ਗਿਆ, ਇੱਥੇ ਗਲਤੀ ਸ਼ੁਰੂ ਹੋ ਗਈ। ਕੋਈ ਰੰਗ ਸ਼ੰਗ ਲਾਉਂਦਾ ਹੈ, ਕੋਈ ਕੱਟ ਵੱਢ ਕਰਦਾ, ਪਿੱਛੇ ਬਿਮਾਰੀ ਤੇ ਇੱਕੋ ਹੀ ਹੈ ਨਾ ਵੀ ਅਗਾ ਨਾ ਜਾਈਏ, ਰੋਕ ਲਈਏ ਇਸ। ਇੱਥੇ ਗੁਰਮਤ ਦੇ ਵਿਆਖਿਆਕਾਰ ਭਾਈ ਸਾਹਿਬ ਹੋਰਾਂ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਇਹ ਨਹੀਂ ਰੁਕਦਾ ਕਿਸੇ ਤੋਂ, ਭੁਲੇਖਾ ਨਹੀਂ ਦਿੱਤਾ ਜਾ ਸਕਦਾ। ਆਦਮੀ ਹਰ ਇੱਕ ਚੀਜ਼ ਨੂੰ ਧੋਖਾ ਦੇ ਦੇਗਾ। ਇੱਥੇ ਜਗਤ ਵਿੱਚ ਉਹਦੇ ਉੱਤੇ ਕੋਈ ਕੇਸ ਪੈ ਗਿਆ, ਰਿਸ਼ਵਤ ਵੀ ਦੇ ਸਕਦਾ, ਸਿਫਾਰਿਸ਼ ਵੀ, ਤਾਕਤ ਵੀ। ਸਤਿਗੁਰੂ ਕਹਿੰਦੇ, ਜਿੱਦਣ ਕਾਲ ਅੱਗੇ ਤੋਰਦਾ, ਤੂੰ ਉਹਦੇ ਨਾਲ ਕਾਲ ਤੋਂ ਅਕਾਲ ਤੱਕ ਜਾਣ ਦੀ ਕੋਸ਼ਿਸ਼ ਕਰ। ਇੱਥੇ ਮੈਂ ਨਹੀਂ ਨੈਗੇਟਿਵ ਬੇਨਤੀ ਨਹੀਂ ਕਰ ਰਿਹਾ ਵੀ ਸੰਸਾਰ ਦੁੱਖ ਹੈ, ਖਤਮ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਉਸ ਰਸਤੇ ਦਾ ਜ਼ਿਕਰ ਕੀਤਾ ਹੈ। ਦੋ ਰਾਹ ਨੇ ਸਾਡੇ ਸਾਹਮਣੇ, ਇੱਕ ਸੰਸਾਰ ਦਾ ਰਸਤਾ ਹੈ, ਤੇ ਸੰਸਾਰ ਦਾ ਰਸਤਾ ਉਹ ਹੈ ਜਿਹਦੀ ਗਲੀ ਅੱਗੇ ਜਾ ਕੇ ਬੰਦ ਹੋ ਜਾਂਦੀ, ਸ਼ਮਸ਼ਾਨ ਘਾਟ ਤੋਂ ਅੱਗੇ ਨਹੀਂ ਹੋ ਜਾਂਦੀ। ਪਰ ਇੱਕ ਗੁਰੂ ਗ੍ਰੰਥ ਸਾਹਿਬ ਦਾ ਰਸਤਾ ਹੈ ਜਿਹਦੀ ਗਲੀ ਬੰਦ ਨਹੀਂ ਹੁੰਦੀ, ਉਹ ਧੁਰ ਤੱਕ ਚਲੀ ਜਾਂਦੀ। ਦੋ ਰਾਹ। ਆਦਮੀ ਕਿਹੜੇ ਰਾਹ ਤੇ ਪਿਆ ਹੈ? ਹਜ਼ੂਰ ਨੇ ਕਿਹਾ, ਤੂੰ ਵੇਖ, ਜਿਸ ਰਾਹ ਤੇ ਤੂੰ ਤੁਰਿਆ ਉਹ ਹੱਦ ਬੰਨੀ ਦੇ ਵਿੱਚ ਹੈ। ਜੇ ਤੂੰ ਬਚਣਾ ਚਾਹੁੰਦਾ ਹੈ ਮੌਤ ਤੋਂ, ਕਾਲ ਤੋਂ ਉੱਚਾ ਉੱਠਣਾ ਚਾਹੁੰਦਾ, ਸਦੀਵ ਖੁਸ਼ੀ ਚਾਹੁੰਦਾ, ਉਹ ਵੀ ਆਫਰ ਦਿੱਤੀ ਸਤਿਗੁਰੂ ਨੇ। ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਜਗਤ ਦੀ ਨਾਸ਼ਮਾਨਤਾ ਦੀ ਵਿਆਖਿਆ ਹੁੰਦੀ, ਜੇ ਇਹ ਕਿਹਾ ਵੀ ਮਾਇਆ ਨਾਸ਼ਮਾਨ ਹੈ, ਜੇ ਇਹ ਕਹਿ, ਬੁੱਧ ਨੇ ਕਿਹਾ ਜਗਤ ਦੁੱਖ ਰੂਪ ਹੈ, ਸਤਿਗੁਰੂ ਨੇ ਇਹਨੂੰ ਨਹੀਂ ਮੰਨਿਆ। ਧਿਆਨ ਦੇਣਾ, ਮਹਾਤਮਾ ਬੁੱਧ ਗਿਆ ਵਿੱਚ, ਬਿਹਾਰ ਵਿੱਚ ਹੋਏ ਨੇ, ਉਹਨਾਂ ਦਾ ਉਪਦੇਸ਼ ਆਤਮਾ ਨੂੰ ਮੰਨਦੇ ਨੇ, ਪਰਮਾਤਮਾ ਨੂੰ ਨਹੀਂ ਮੰਨਦੇ।
ਉਹਨਾਂ ਦਾ ਜਿਹੜਾ ਸਾਰ ਤੱਤ ਹੈ ਉਹ ਗਿਆਨ ਇੱਥੇ ਖੜਾ। ਜਦੋਂ ਆਪਣੇ ਚੇਲੇ ਆਨੰਦ ਨੂੰ ਇੱਕ ਸ਼ਬਦ ਕਹਿੰਦੇ ਵੀ ਆਨੰਦ, ਜਗਤ ਵਿੱਚ ਕੁਝ ਵੀ ਨਹੀਂ ਸਿਵਾਏ ਦੁੱਖ ਦੇ, ਤਾਂ ਦੁੱਖ ਤੋਂ, ਸੰਸਾਰ ਤੋਂ ਉਪਰਾਮ ਹੋ ਗਏ। ਸਤਿਗੁਰੂ ਨੇ ਵੀ ਉਹ ਵਿਆਖਿਆ ਤੇ ਕੀਤੀ ਹੈ। ਗੁਰਬਾਣੀ ਵਿੱਚ ਪੜ੍ਹ ਕੇ ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਵਾਰ-ਵਾਰ ਉਸ ਚੀਜ਼ ਦੇ ਉੱਤੇ ਬੋਲਣਗੇ। ਕਬੀਰ ਸਾਹਿਬ ਵਾਰ-ਵਾਰ ਇਸ ਜਗਤ ਦੀ ਨਾਸ਼ਮਾਨਤਾ ਨੂੰ ਬਿਆਨ ਕਰਨਗੇ। ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ, ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਨਿਕਲ ਗਿਆ ਹੱਥਾਂ ਦੇ ਵਿੱਚ। ਹੋਰ ਉਦਾਹਰਨਾਂ ਦਿੱਤੀਆਂ ਬਾਣੀ ਦੇ ਵਿੱਚ, ਜਿੱਥੇ ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੂ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਗਲਤ ਹੋ, ਬਿਨ ਸਜਾਏ ਝੂਠੀ ਦੇ। ਮੇਰੀ ਮੇਰੀ कैरों करते, दुर्योधन से भाई, 12 जोजन छत्र चले था, देही गिरजन खाई। ये सारे सर्व सोइन की लंका होती, रावण से अधिकाई, कहाँ भयो दर बांधे हाथी, खिन में भई पराई। ये उस देश विचों साडे मन नूं उपराम करन वास्ते शब्द उचारे गए ने कि ये जगत झूठा है, जगत बदली जा रहा है। ਹੁਣ ਤੂੰ ਫੈਸਲਾ ਕਰ ਲੈ, ਮਰਨ ਵਾਲੇ ਨਾਲ ਪਿਆਰ ਪਾਉਣੇ ਕਿ ਜਿਉਣ ਵਾਲੇ ਨਾਲ ਪਾਉਣੇ। ਬੁੱਧ ਨੇ ਇਕੱਲੇ ਉਸ ਹਿੱਸੇ ਦੀ ਵਿਆਖਿਆ ਕੀਤੀ ਵੀ ਇੱਥੇ ਸਭ ਕੁਝ ਮਰਦਾ ਜਾ ਰਿਹਾ ਹੈ। ਸਤਿਗੁਰੂ ਨੇ ਕਿਹਾ ਨਹੀਂ, ਇੱਥੇ ਸਭ ਕੁਝ ਨਹੀਂ ਮਰਦਾ। ਪਹਿਲਾਂ ਉਸ ਚੀਜ਼ ਨੂੰ ਪਹਿਚਾਣ ਜਿਹੜੀ ਮਰਦੀ ਜਾ ਰਹੀ ਹੈ, ਤੇ ਫਿਰ ਉਹਦੇ ਵਿੱਚ ਬੈਠੀ ਹੋਈ ਉਸ ਵਸਤੂ ਨੂੰ ਪਹਿਚਾਣ ਲੈ ਜੋ ਨਹੀਂ ਮਰਦੀ। ਸਤਿਗੁਰੂ ਦਾ ਸ਼ਬਦ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਇੱਕੋ ਪੰਕਤੀ ਦੇ ਵਿੱਚ ਦੋ ਖਿਆਲ ਜੋੜ ਕੇ ਕਹਿ ਦਿੱਤੇ, ਔਰ ਸ਼ਬਦ ਕਹੇ ਨੇ, ਸਾਧੋ ਇਹ ਤਨ ਮਿਥਿਆ ਜਾਨੋ। ਇਹ ਤਨ, ਆ ਸਰੀਰ ਜਿਹੜਾ ਹੈ ਨਾ, ਮਿਥਿਆਦਾਰ ਤੇ ਝੂਠਾ ਸਮਝੋ ਇਸ ਨੂੰ। ਪਰ ਇੱਥੇ ਗੱਲ ਮੁਕਾਈ ਨਹੀਂ ਉਹਨਾਂ ਨੇ। ਕਹਿਣ ਲੱਗੇ, ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਹੁਣ ਦੋ ਵਿਚਾਰ ਦੇ ਦਿੱਤੇ ਨਾ ਸਤਿਗੁਰੂ ਨੇ। ਜੀਵਨ ਦੋ ਤੱਤਾਂ ਨੂੰ ਵਿਰੋਧ ਤੋਂ ਚੱਲਦਾ, ਖਿਆਲ ਰੱਖੋ। ਉਹ ਧਰਮ ਅਧੂਰੇ ਨੇ ਜਿਹੜੇ ਇੱਕ ਪਾਸੇ ਦੀ ਗੱਲ ਕਰਦੇ ਨੇ। ਐਸੇ ਵੀ ਧਰਮ ਹਨ ਜਿਹੜੇ ਇਕੱਲੇ ਭੋਗ ਦੀ ਗੱਲ ਕਰਦੇ ਨੇ। ਅਸਾਮ ਵੱਲ ਇਸ ਸਾਈਡ ਤੇ ਐਸੇ ਕਈ ਧਰਮ ਨੇ ਜਿਹੜੇ ਸ਼ਰਾਬ, ਕਬਾਬ, ਮਾਸ, ਵੇਸ਼ਿਆ ਦਾ ਜ਼ਿਕਰ ਕਰਦੇ ਨੇ। ਬਈ ਸੰਸਾਰ ਮਿਲਿਆ, ਸਰੀਰ ਮਿਲਿਆ, ਭੋਗ ਕਰੋ, ਖਾਓ ਪੀਓ, ਐਸ਼ ਕਰੋ, ਚਲੇ ਜਾਓ। ਅਧੂਰਾ ਰਹਿ ਗਿਆ, ਅਪੰਗ ਹੈ ਉਹ ਧਰਮ, ਕਿਉਂਕਿ ਉਹਦੀ ਇੱਕ ਲੱਤ ਹੈ, ਇੱਕ ਪੈਰ। ਦੂਜਾ ਵੀ ਅਧੂਰਾ ਜਿਹੜਾ ਕਹਿੰਦਾ ਸੰਸਾਰ ਤੇ ਬਿਲਕੁਲ ਮਿੱਟੀ ਹੈ, ਕੁਝ ਵੀ ਕਰਨ ਦੀ ਲੋੜ ਨਹੀਂ, ਚੌਂਕੜਾ ਮਾਰ ਕੇ ਬਹਿ ਜਾਓ, ਨਾ ਕਿਰਤ ਕਰੋ, ਨਾ ਕੰਮ ਕਰੋ, ਨਾ ਮਕਾਨ ਬਣਾਓ, ਨਾ ਪਰਿਵਾਰ, ਕੁਝ ਨਹੀਂ ਚਾਹੀਦਾ। ਦੋਵੇਂ ਅੱਧ ਵਿੱਚ ਰਹਿ ਗਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਸੁਨਹਿਰੀ ਉਪਦੇਸ਼ ਦਿੱਤਾ ਹੈ ਨਾ, ਉਹ ਕਹਿੰਦੇ ਨੇ ਪਰਮਾਤਮਾ ਦੇ ਵਿੱਚ ਦੋ ਗੁਣ ਨੇ, ਦੋਵਾਂ ਨੂੰ ਧਾਰਨ ਕਰ ਲੈ, ਤੇਰੀ ਜ਼ਿੰਦਗੀ ਵਿੱਚ ਸੁੱਖ ਦਰਵਾਜ਼ੇ ਭੰਨ ਕੇ ਅੰਦਰ ਆ ਜਾਏਗਾ। ਤੂੰ ਮੰਗੇਗਾ ਨਹੀਂ, ਕਿਉਂਕਿ ਇਹ ਜੀਵਨ ਇਸ ਤਰ੍ਹਾਂ ਦੀ ਕਲਾ ਹੈ, ਇੱਥੇ ਮੰਗਿਆ ਨਹੀਂ ਕੁਝ ਮਿਲਦਾ, ਇੱਥੇ ਦਰਵਾਜ਼ੇ ਖੋਲ੍ਹਿਆ ਚੀਜ਼ਾਂ ਅੰਦਰ ਆਉਂਦੀਆਂ। ਅਸੀਂ ਗਲਤੀ ਕਰ ਰਹੇ ਹਾਂ। ਸਾਡੀ ਹਾਲਾਤ ਇਹ ਵੇ, ਇੱਕ ਬੰਦਾ ਅੱਗ ਦੇ ਕੋਲ ਬਹਿ ਕੇ ਰੋਈ ਜਾ ਰਿਹਾ ਸੀ, ਮੈਨੂੰ ਤਪਸ਼ ਤੋਂ ਬਚਾਓ। ਕੋਲੋਂ ਕਿਸੇ ਲੰਘਦੇ ਨੇ ਕਿਹਾ ਵੀ ਤਪਸ਼ ਤੋਂ ਬਚਣਾ ਤੇ ਅੱਗ ਤੋਂ ਦੂਰ ਹੋ ਜਾ, ਪਾਣੀ ਦੇ ਨੇੜੇ ਜਾ, ਇਸ਼ਨਾਨ ਕਰ। ਉਹ ਕਹਿੰਦਾ ਜੀ ਨਹੀਂ, ਮੈਂ ਇਹਦੇ ਵਿੱਚ ਹੀ ਰਹਿਣਾ, ਇਹਦੇ ਕੋਲ ਰਹਿਣਾ ਤੇ ਗਰਮੀ ਤੋਂ ਬਚਣਾ। ਉਹ ਵੀ ਇੱਕ ਕਲਾ ਹੈ, ਕਿਉਂਕਿ ਇੱਥੇ ਹੈ ਤੇ ਅੱਗ ਹੀ ਹੈ ਨਾ। ਅੱਗ ਤੋਂ ਬਚਣ ਦੀ ਕਲਾ ਹੈ। ਜਿਵੇਂ ਤੁਸੀਂ ਹੁਣੇ ਸੁਣਿਆ ਬਈ ਤਪਤ ਕੜਾਹਾ ਬੁਝ ਗਿਆ, ਗੁਰ ਸ਼ੀਤਲ ਨਾਮ ਦੀ। ਗੁਰੂ ਨਾਨਕ ਦੇਵ ਜੀ ਨੇ ਦ੍ਰਿਸ਼ਟੀ ਕੀਤੀ ਤੇ ਜਿਹੜਾ ਤੇਲ ਗਰਮ ਸੀ ਠੰਡਾ ਹੋ ਗਿਆ। ਉਹਨੇ ਕਿਹਾ ਫਿਰ ਜੇ ਤੂੰ ਇਸ ਬਲਦੀ ਹੋਈ ਅੱਗ ਨੂੰ ਬੁਝਾਣਾ ਹੈ ਤੇ ਤੈਨੂੰ ਬੱਦਲ ਦੀ ਉਡੀਕ ਕਰਨੀ ਪਏਗੀ। ਜਦੋਂ ਮੀਂਹ ਪਏਗਾ ਅੱਗ ਬੁਝ ਜਾਏਗੀ ਤੇ ਤੇਰੀ ਤਪਸ਼ ਹਟ ਜਾਏਗੀ। ਜੇ ਤੇ ਇਸ ਜਗਤ ਵਿੱਚ ਹੈ ਤੇ ਅਗਨੀ, ਪਰ ਜਦੋਂ ਗੁਰੂ ਦੀ ਬਖਸ਼ਿਸ਼ ਦਾ ਮੀਂਹ ਪੈਂਦਾ ਹੈ, ਉਸ ਵੇਲੇ ਇਹ ਸਾਰੀ ਅਗਨ ਬੁਝ ਜਾਂਦੀ ਹੈ। ਮੈਂ ਬੇਨਤੀ ਕਰ ਰਿਹਾ ਸੀ, ਸਤਿਗੁਰੂ ਨੇ ਦੋ ਪੱਖ ਦਿੱਤੇ ਨੇ। ਕਹਿੰਦੇ ਆਪਣੀ ਜ਼ਿੰਦਗੀ ਦੇ ਦੋ ਹਿੱਸੇ ਕਰ। ਤੇਰੇ ਦੋ ਜੀਵਨ ਨੇ, ਇੱਕ ਬਾਹਰਲਾ ਤੇ ਇੱਕ ਅੰਦਰਲਾ ਜੀਵਨ। ਆ 6ਵੇਂ ਪਾਤਸ਼ਾਹ ਦੇ ਉਪਦੇਸ਼ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ
ਤੇ ਸ੍ਰੀ ਹਰਮੰਦਰ ਸਾਹਿਬ ਦੋਵਾਂ ਦਾ ਜੋੜ ਕਿਉਂ ਕੀਤਾ? ਹਰਮੰਦਰ ਤੇ ਪਹਿਲਾਂ ਵੀ ਮੌਜੂਦ ਸੀ। ਅਕਾਲ ਤਖਤ ਸਾਹਿਬ ਕਿਉਂ ਬਣਾਇਆ? ਇਹ ਦੋ ਸਿਧਾਂਤ ਸਾਨੂੰ ਸਮਝਣੇ ਬੜੇ ਜ਼ਰੂਰੀ ਨੇ। ਧਰਮ ਤੇ ਰਾਜਨੀਤੀ, ਦੇਗ ਤੇ ਤੇਗ ਦਾ ਸੁਮੇਲ, ਸ਼ਸਤਰ ਅਤੇ ਸ਼ਾਸਤਰ, ਹੋਸ਼ ਅਤੇ ਜੋਸ਼ ਦਾ ਸੁਮੇਲ, ਇਹਨਾਂ ਦੋਵਾਂ ਚੀਜ਼ਾਂ ਨੂੰ ਇਕੱਠੇ ਕੀਤਾ ਹੈ। ਗ੍ਰਿਸ਼ਤ ਤੇ ਨਿਰਵਾਣ ਨੂੰ ਜੋੜ ਦਿੱਤਾ ਹੈ। ਕਿਰਤ ਨੂੰ ਤੇ ਨਾਮ ਨੂੰ ਸਤਿਗੁਰੂ ਨੇ ਪਲੱਸ ਕਰ ਦਿੱਤਾ ਹੈ। ਇੱਥੇ ਮੈਂ ਬੇਨਤੀ ਕਰਾਂਗਾ, ਕਦੀ ਵੀ ਸਿੱਖ ਧਰਮ ਦੇ ਅੱਗੇ ਇਕੱਲੀ ਕਿਰਤ ਦੀ ਗੱਲ ਨਾ ਕਰੀਏ। ਕਿਉਂ? ਸਿੰਗਲ ਹੈ ਉਹ ਸਿਸਟਮ ਜਿਹੜਾ। ਵੇਖੋ ਆ ਲਾਈਟ ਜਗਦੀ ਇੱਕ ਤਾਰ ਨਾਲ ਕਦੀ ਨਹੀਂ ਜਗੇਗੀ, ਨਾਲ ਸਾਨੂੰ ਅਰਥ ਚਾਹੀਦਾ। ਜਿਹੜੀ 3 ਫੇਸ ਹੈ ਉਹਨੇ 3 ਫੇਸ ਲੈਣੇ ਨੇ ਤਾਂ ਚੱਲਣੀ। ਮੈਂ ਤੇ ਕਈ ਵਾਰੀ ਕਹਿਣਾ, ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਵੀ 3 ਸਿਧਾਂਤ ਨੇ ਸਾਡੇ ਉਹ ਸੁਣਾ ਰਹੇ। ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ। ਕੱਲੀ ਕਿਰਤ ਨਹੀਂ, ਖਿਆਲ ਰੱਖਣਾ, ਕਿਉਂਕਿ ਕੱਲੀ ਕਿਰਤ ਤੇ ਸਾਰਾ ਜਗਤ ਹੀ ਕਰ ਰਿਹਾ ਹੈ। ਸਤਿਗੁਰੂ ਨੇ ਉਹ ਕਿਰਤ ਪ੍ਰਵਾਨ ਨਹੀਂ ਕੀਤੀ। ਧਰਮ ਦੀ ਕਿਰਤ, ਧਰਮ ਦੀ ਕਿਰਤ ਦਾ ਮਤਲਬ ਹੈ ਕਿ ਤੂੰ ਜਿਹੜੀ ਕਿਰਤ, ਜਿਹੜਾ ਕੰਮ ਕਰ ਰਿਹਾ ਹੈ, ਜਿਹੜੀ ਦੁਕਾਨ ਤੇ ਕੰਮ ਕਰਨਾ ਹੈ, ਜੇ ਸਵੇਰੇ ਉੱਠ ਕੇ ਗੁਰੂ ਕੀ ਬਾਣੀ ਦਾ ਨਿਤਨੇਮ ਤੇ ਸਿਮਰਨ ਕਰਕੇ ਤੇ ਗੁਰੂ ਕਾ ਉਪਦੇਸ਼ ਹਿਰਦੇ ਵਿੱਚ ਧਾਰਨ ਕਰਕੇ ਆਇਆ, ਸਰੀਰ ਤੇ ਤੇਰੇ ਤੇ ਗੁਰੂ ਦਾ ਦਿੱਤਾ ਹੋਇਆ ਲਿਬਾਸ ਹੈ, ਤੇ ਫਿਰ ਜਿਹੜੀ ਦੁਕਾਨ ਤੇ ਕੰਮ ਕਰੇਗਾ, ਭਾਵੇਂ ਉਹ ਵਪਾਰ ਦਾ ਕੇਂਦਰ ਹੈ, ਜਿਸ ਚੀਜ਼ ਨੂੰ ਹੱਥ ਲਾਏਗਾ ਉਹ ਗੁਰਦੁਆਰਾ ਬਣਦਾ ਜਾਏ, ਜੇ ਧਰਮ ਅੰਦਰ ਹੈ। ਕਿਉਂਕਿ ਜੋ ਕੁਝ ਸਾਡੇ ਅੰਦਰ ਹੁੰਦਾ ਹੈ ਨਾ, ਵੈਸੇ ਪ੍ਰਮਾਤਮਾ ਦਾ ਵੀ ਸਿਧਾਂਤ ਹੈ, ਜੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਇਹੀ ਸਿਧਾਂਤ, ਕਿਉਂਕਿ ਅਸੀਂ ਉਹਦੀ ਔਲਾਦ ਹਾਂ, ਸਾਡੇ ਹਿਰਦੇ ਵਿੱਚ ਜੋ ਵਸਿਆ ਹੋਵੇਗਾ ਉਹ ਬਾਹਰ ਲਹਿਰਾਂ ਬਣ ਕੇ ਫੈਲਣ ਲੱਗ ਪਏ। 3 ਸਿਧਾਂਤ ਸਨ, 3 ਫੇਸ ਸਿਸਟਮ ਹੈ ਸਾਡਾ। ਤੇ ਜਿਹੜੀ ਮੋਟਰ ਜਿਹੜੀ ਹੈ 3 ਫੇਸ ਨਾਲ ਚੱਲਦੀ ਹੈ, ਉਹਦਾ ਇੱਕ ਫੇਸ ਕੱਢ ਦਿਓ ਵਿੱਚੋਂ, 2 ਨਾਲ ਬੰਦ ਹੋ ਜਾਏਗੀ, ਚੱਲੇਗੀ ਨਹੀਂ। ਮੈਂ ਸਮਝਣਾ ਵੀ ਅੱਜ ਸਿੱਖ ਧਰਮ ਸਿਰਫ ਕਿਰਤ ਕਰ ਰਿਹਾ ਹੈ। ਦੂਸਰੇ 2 ਹਿੱਸੇ ਕਿਤੇ ਵਿਰਲੇ ਥਾਂ ਤੇ ਹੋਣਗੇ। ਕੋਈ ਨਾਮ ਨਾਲ ਜੁੜਿਆ ਤੇ ਵੰਡ ਕੇ ਛਕਦਾ, ਨਹੀਂ ਤੇ ਕਿਰਤ ਨੂੰ ਅਸੀਂ ਧਰਮ ਮੰਨ ਲਿਆ ਹੈ। ਕਿਰਤ ਧਰਮ ਨਹੀਂ ਹੈ, ਕੰਮ ਧਰਮ ਨਹੀਂ। ਅਸੀਂ ਉਸ ਕੰਮ ਦੇ ਵਿੱਚ ਧਰਮੀ ਹਾਂ, ਫਿਰ ਉਹ ਕਿਰਤ ਸਫਲ ਹੈ, ਫਿਰ ਉਹਦੇ ਨਾਲ ਹੱਥ ਸਫਲ ਹੁੰਦੇ। ਵੈਸੇ ਨਹੀਂ, ਜੇ ਉਹਦੇ ਵਿੱਚ ਅਸੀਂ ਧਰਮੀ ਸੱਚ ਤੇ ਤੁਰਨੇ ਹਾਂ, ਜਿਹਨੂੰ ਭਗਤ ਜੀ ਨੇ ਇਹਨਾਂ ਸ਼ਲੋਕਾਂ ਵਿੱਚ ਹੀ ਕਿਹਾ, ਤਰਲੋਚਨ ਜੀ ਨੇ ਕਿਹਾ ਸੀ ਨਾਮਦੇਵ ਜੀ ਦੀ ਸੰਗਤ ਕਰਦੇ ਰਹੇ ਨੇ। ਇਹ ਦੋਵੇਂ ਭਗਤ ਸਮਕਾਲੀ ਹੋਏ ਨੇ, ਇਕੱਠੇ ਹੋਏ ਨੇ। ਤਰਲੋਚਨ ਜੀ ਅਤੇ ਭਗਤ ਨਾਮਦੇਵ ਜੀ ਇਕੱਠੇ ਹੋਏ ਨੇ, ਤੇ ਇਹਨਾਂ ਦੀ ਆਪਸ ਵਿੱਚ ਮਿੱਤਰਤਾ ਸੀ। ਦੋਵੇਂ ਮਿਲ ਕੇ ਬਹਿੰਦੇ ਸਨ, ਸਾਂਝ ਕਰਦੇ ਸਨ, ਇੱਕ ਦੂਜੇ ਨੂੰ ਆਪਣੀ ਅਵਸਥਾ ਦੱਸਦੇ ਸਨ। ਨਾਮਦੇਵ ਕੱਪੜੇ ਰੰਗਦੇ ਸਨ, ਕੱਪੜੇ ਰੰਗਣੇ ਲਿਲਾਰੀ ਸਨ, ਮੱਟ ਭਰੇ ਹੋਣੇ, ਭਾਂਡੇ ਭਰੇ ਹੋਣੇ। ਤੇ ਉਸ ਵੇਲੇ ਤਿਰਲੋਚਨ ਜੀ ਨਵੇਂ ਲੱਗੇ। ਜਦੋਂ ਨਵੇਂ ਲੱਗੇ ਨਾ, ਹੁਣ ਜਦੋਂ ਆਦਮੀ ਨਵਾਂ ਤੁਰਦਾ ਨਾ, ਕਈ ਉਹਦੇ ਸ਼ੌਂਕ ਹੁੰਦੇ ਧਰਮ ਦੇ ਬਾਹਰਲੇ। ਸ਼ੁਰੂਆਤ ਕੀਤੀ, ਉਹਨਾਂ ਨੇ ਕਿਹਾ ਇਹ ਭਗਤ ਜੀ ਕੀ ਕਰਦੇ ਸਾਰਾ ਦਿਨ? ਨਾਮਾ ਕਹੇ ਤਿਰਲੋਚਨਾ। ਤਿਰਲੋਚਨ ਜੀ ਨੇ ਪਹਿਲਾ ਇੱਕ ਸ਼ਲੋਕ ਜਿਹੜਾ ਭਗਤ ਜੀ ਨੇ ਉਚਾਰਨ ਕੀਤਾ ਹੈ ਕਿ ਨਾਮਾ ਮਾਇਆ ਮੋਹਿਆ ਕਹੇ ਤਿਰਲੋਚਨ ਮੀਤ, ਕਾਹੇ ਛੀਪੇ ਚਾਇਲੇ ਰਾਮ ਨਾ ਲਾਵੋ ਚੀਤ। ਵੀ ਤੁਸੀਂ ਤਾਂ ਬਾਹਰ ਮੁਖੀ ਕੰਮ ਵਿੱਚ ਪ੍ਰਚਲਿਤ ਹੋ। ਅੱਗੋਂ ਨਾਮਦੇਵ ਜੀ ਨੇ, ਜਿਨ੍ਹਾਂ ਦੇ ਵਿੱਚ ਉਹ ਦੋਵੇਂ ਚੀਜ਼ਾਂ ਪ੍ਰਵਿਰਤ ਹੋ ਚੁੱਕੀਆਂ ਸਨ, ਧਰਮ ਦੀ ਕਿਰਤ ਕਰਨੀ ਤੇ ਨਾਮ ਜਪਣਾ, ਉਹਨਾਂ ਨੇ ਜਵਾਬ ਦਿੱਤਾ। ਕਹਿਣ ਲੱਗੇ ਤਿਰਲੋਚਨ, ਤੂੰ ਅਜੇ ਨਵਾਂ ਚੂੜਾ ਪਾਇਆ, ਤੈਨੂੰ ਅਜੇ ਪੂਰਾ ਨਹੀਂ ਪਤਾ ਕੀ ਰਾਹ ਅੱਗੇ ਜਾ ਕੇ। ਇਹ ਅੱਗੇ ਜਾ ਕੇ ਰੰਗ ਲੈਂਦੇ ਨੇ, ਬੜਾ ਕੁਝ ਹੁੰਦਾ। ਆ ਕਈ ਸੱਜਣ ਬੜੇ ਮਿਲਦੇ ਨੇ ਜੀ, ਪੱਗ ਇੱਧਰ ਦੀ ਬੰਨਿਆ ਕਰੋ ਜੀ, ਕਿਰਪਾਨ ਉੱਤੋਂ ਦੀ ਪਾਓ ਜੀ, ਆਹ ਕਰੋ ਜੀ। ਮੈਂ ਕਿਹਾ ਜੇ 4 ਸਾਲ ਤੁਰ ਲਵੋ ਫਿਰ ਵੇਖਿਆ ਜੇ ਕੀ ਹੁੰਦਾ। ਇੱਥੇ ਗੱਲ ਖਤਮ ਨਹੀਂ ਹੁੰਦੀ। ਆ ਥੋੜੇ ਦਿਨੋਂ ਇੱਕ ਸੱਜਣ ਆਏ, ਕਹਿੰਦੇ ਮੱਥਾ ਥੱਲੇ ਪੂਰਾ ਲਾ ਕੇ। ਮੈਂ ਕਿਹਾ ਬੜੀ ਚੰਗੀ ਗੱਲ ਹੈ, ਮਾੜੀ ਨਹੀਂ। ਪਰ ਇੱਕ ਗੱਲ ਖਿਆਲ ਰੱਖੋ, ਇਹ ਚੀਜ਼ਾਂ ਚੰਗੀਆਂ ਨੇ, ਪਰ ਅਜੇ ਸ਼ੁਰੂ ਕੀਤਾ ਜੇ। ਜਦੋਂ ਅਗਲੀ ਗਲੀ ਵਿੱਚ ਜਾਓਗੇ ਨਾ, ਉੱਥੇ ਪਤਾ ਲੱਗੇਗਾ।
ਇਹ ਚੀਜ਼ਾਂ ਕਿਹੜੇ ਅਰਥ ਰੱਖਦੀਆਂ ਨੇ, ਕਿਹੜਾ ਰੂਪ ਧਾਰਨ ਕਰ ਜਾਂਦੀਆਂ। ਆ ਮੈਨੂੰ ਇਹ ਘਟਨਾ ਚੇਤੇ ਆਈ, ਬਾਬਾ ਜੀਵਨ ਸਿੰਘ ਹੋਰੀ ਕਾਰ ਸੇਵਾ ਵਾਲੇ ਕੈਥਲ ਨਿੰਮ ਸਾਹਿਬ ਗੁਰਦੁਆਰੇ ਉਹ ਸੇਵਾ ਕਰਾ ਰਹੇ ਸਨ, ਤੇ ਕਰਨੀ ਵਾਲੇ ਮਹਾਂਪੁਰਸ਼, ਤਿਆਗ ਵਾਲੇ, ਜਦੋਂ ਮਹਾਂਪੁਰਸ਼ਾਂ ਦੀ ਗੱਲ ਹੁੰਦੀ ਹੈ ਤੇ ਉਹ ਲੋਕ ਚੇਤੇ ਹੁੰਦੇ ਵੀ ਉਹਨਾਂ ਦੇ ਜੀਵਨ ਕਿਵੇਂ ਦੇ ਸਨ। ਮੈਨੂੰ ਆਪ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਅਸੀਂ ਉਹਨਾਂ ਨੂੰ ਵੇਖਿਆ ਵੀ ਜਿਹੜੇ ਪਾਣੀ ਨਾਲ ਉਹਨਾਂ ਸਵੇਰੇ ਇਸ਼ਨਾਨ ਕਰਨਾ ਹੁੰਦਾ ਸੀ ਨਾ, ਕੋਲ ਕਹਿੰਦੇ ਇੱਕ ਦਿਨ ਪਾਣੀ ਦਾ ਇੱਕ ਭਾਂਡਾ ਭਰ ਕੇ ਧੁੱਪ ਵਿੱਚ ਰੱਖਿਆ ਹੋਇਆ। ਅਸੀਂ ਸੋਚਿਆ ਵੀ ਪਾਣੀ ਧੁੱਪ ਵਿੱਚ ਕਿਉਂ ਰਖਾਇਆ ਇਹਨਾਂ ਨੇ, ਪਰ ਉਨੀ ਹਿੰਮਤ ਨਹੀਂ ਸੀ ਉਹਨਾਂ ਨੂੰ ਜਾ ਕੇ ਕੋਈ ਪੁੱਛ ਲੈ ਵੀ ਤੁਸੀਂ ਆ ਕਿਉਂ ਭਰਿਆ। ਇੰਨਾ ਪ੍ਰਤਾਪ ਸੀ ਉਹਨਾਂ ਦਾ। ਤੇ ਜਦੋਂ ਕਿਸੇ ਤੋਂ ਪਤਾ ਕੀਤਾ, ਕਹਿਣ ਲੱਗੇ ਜੀ ਇਹ ਚਲੋ ਆਓ ਤੁਹਾਨੂੰ ਲੈ ਜਾਂਦੇ ਆ, ਤੁਹਾਡੇ ਨਾਲ ਗੱਲਬਾਤ। ਬੇਨਤੀ ਕੀਤੀ ਬਾਬਾ ਜੀ ਪਾਣੀ ਕੋਲ ਭਰ ਕੇ ਧੁੱਪ ਵਿੱਚ। ਕਹਿਣ ਲੱਗੇ ਜੀ ਸਰੀਰ ਹੁਣ ਉਮਰ ਕਾਫੀ ਹੋ ਗਈ, ਠੰਡੇ ਨਾਲ ਸਵੇਰੇ ਨਹਾਤਾ ਨਹੀਂ ਜਾਂਦਾ, ਤੇ ਮੈਂ ਸੋਚਣਾ ਵੀ ਗੁਰੂ ਘਰ ਤੇ ਕਿਉਂ ਭਾਰ ਬਣਨਾ, 4 ਲੱਕੜਾਂ ਬਲਣਗੀਆਂ ਬਾਲਣ ਦੀਆਂ, ਧੁੱਪ ਵਿੱਚ ਰੱਖ ਦਿੰਦੇ ਆ, ਰਾਤ ਨੂੰ ਥੋੜਾ ਜਿਹਾ ਨਿੱਘਾ ਰਹੇਗਾ ਤੇ ਸਵੇਰੇ ਇਸ਼ਨਾਨ ਕਰਨਾ। ਉਹ ਹੈ ਗੁਰੂ ਨਾਨਕ ਦੇ ਮਹਾਂਪੁਰਸ਼, ਜਿਹੜਾ ਇੱਕ ਲੱਕੜ ਬਾਲਣ ਤੋਂ ਵੀ ਸੰਕੋਚ ਕਰਦਾ ਹੈ। ਉਹਨਾਂ ਲੋਕਾਂ ਦੀ ਇਬਾਰਤ ਹੈ ਜਿਨ੍ਹਾਂ ਨੇ ਨਾ, ਤੇ ਉਹਨਾਂ ਦੇ ਜੀਵਨ ਦੇ ਜਿਹੜੇ ਸ਼ਬਦ ਨੇ ਕਮਾਏ ਹੋਏ ਕਲਾਵਾਨ। ਕੋਈ ਸੱਜਣ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਆ ਰਹੇ ਸਨ, ਅੱਗੋਂ ਮਿਲ ਪਏ, ਸੇਵਾ ਚੱਲਦੀ ਸੀ। ਕਹਿਣ ਲੱਗੇ ਕਿੱਧਰ ਗਏ ਸੀ? ਕਹਿੰਦੇ ਜੀ ਅਸੀਂ ਮੱਥਾ ਟੇਕਣ ਗਏ ਸੀ ਸਤਿਗੁਰਾਂ ਨੂੰ। ਤੇ ਥੋੜੇ ਜਿਹੇ ਸੁਭਾਅ ਉਹਨਾਂ ਦਾ ਖਰਵਾ ਸੀ, ਕੌੜਾ ਸੁਭਾਅ ਸੀ, ਸ਼ਬਦ ਹੱਥ ਵਿੱਚ ਖੂੰਡਾ ਰੱਖਦੇ ਸਨ। ਜਦੋਂ ਉਹਨਾਂ ਕਿਹਾ ਨਾ ਮੱਥਾ ਟੇਕਣ ਗਏ ਸੀ, ਕਹਿੰਦੇ ਮੱਥਾ ਤੁਹਾਡਾ ਕਿਤੇ ਉੱਥੇ ਤੇ ਨਹੀਂ ਰਹਿ ਗਿਆ। ਹੁਣ ਇਹ ਸ਼ਬਦ ਜੇ ਬਾਹਰੋਂ ਸੁਣੋ ਤੇ ਇੰਜ ਲੱਗੇਗਾ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਰੋਕੀ ਜਾ ਰਹੇ। ਉਹ ਦੁਨੀਆ ਜਦੋਂ ਸਟੈਪ ਅੱਗੇ ਵੱਧਦਾ, ਕਲਾਸ ਬਦਲਦੀ ਹੈ, ਚੀਜ਼ਾਂ ਬਦਲਦੀਆਂ ਨੇ, ਸਾਰੀਆਂ ਤਬਦੀਲ ਹੋ ਜਾਂਦੀਆਂ ਨੇ। ਉਹ ਮਨ ਵਿੱਚ ਸੋਚਦੇ ਵੀ ਇਹ ਚੰਗੇ ਬਾਬੇ ਨੇ ਜਿਹੜੇ ਗੁਰੂ ਨੂੰ ਮੱਥਾ ਨਹੀਂ ਟੇਕਣ ਦਿੰਦੇ। ਉਹ ਕਈ ਸਾਲ ਉਹਨਾਂ ਨੇ ਮੰਨੀ ਰੱਖਿਆ। ਬਾਅਦ ਵਿੱਚ ਵਿਚਾਰ ਕੀਤੀ ਕਹਾਣੀ ਕੀ ਸੀ। ਅਸਲ ਵਿੱਚ ਉਹ ਕਹਿਣਾ ਚਾਹੁੰਦੇ ਸਨ ਵੀ ਜੇ ਮੱਥਾ ਟੇਕ ਕੇ ਆਇਓ ਤੇ ਉੱਥੇ ਆਪਣਾ ਮਨ ਵੀ ਛੱਡ ਕੇ ਆਓ, ਦੇ ਕੇ ਆਓ ਗੁਰੂ ਨੂੰ। ਮੱਥਾ ਉੱਥੇ ਰਹਿਣ ਦਾ ਭਾਵ ਇਹ ਸੀ, ਮੱਥੇ ਵਿੱਚ ਸਾਡੀ ਸੋਚ ਹੈ, ਸਾਡੀਆਂ ਵਿਚਾਰਾਂ ਨੇ। ਤੇ ਕਹਿੰਦੇ ਵਿਚਾਰ ਤੇ ਅਸੀਂ ਛੱਡਣੀ ਕੋਈ ਨਹੀਂ, ਉਹ ਤੇ ਟੋਕਰਾ ਸਿਰ ਦੀ ਰੱਖਣਾ ਜਿਹੜੀ ਮਨਮਤ ਬਣਾ ਕੇ ਰੱਖੀ। ਇਹ ਅਸਲ ਵਿੱਚ ਸਿਰ ਝੁਕਾਈ ਦਾ ਹੀ ਤਾਂ ਹੈ ਵੀ ਸਿਰ ਤੇ ਪਿਆ ਹੋਇਆ ਸਾਡੇ ਆਪਣੇ ਬਣਾਏ ਹੋਏ ਗਲਤ ਵਿਚਾਰਾਂ ਦੀ ਜਿਹੜੀ ਪੰਡ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਡਿੱਗ ਪਵੇ ਤੇ ਸਤਿਗੁਰੂ ਸਾਨੂੰ ਨਵੀਂ ਬਖਸ਼ਿਸ਼ ਕਰਨ। ਹੁਣ ਇਹ ਤਬਦੀਲੀ ਹੈ ਜਿਹਦੇ ਵਿੱਚ ਜਾ ਕੇ ਸਾਰੀਆਂ ਚੀਜ਼ਾਂ ਦਾ ਫਰਕ ਪੈਂਦਾ ਹੈ, ਅੱਗੇ ਵੱਧਦੀਆਂ, ਅੱਗੇ ਜਾ ਕੇ ਉਹਨਾਂ ਦੇ ਰੂਪ ਤਬਦੀਲ ਹੋ ਜਾਂਦੇ ਨੇ। ਤੇ ਮੈਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ, ਇਹ 3 ਚੀਜ਼ਾਂ ਜਿਹੜੀਆਂ ਨੇ ਭਗਤ ਨਾਮਦੇਵ ਜੀ ਨੂੰ ਤਰਲੋਚਨ ਕਹਿੰਦੇ ਵੀ ਤੁਸੀਂ ਤੇ ਮਾਇਆ ਵਿੱਚ ਫਸ ਗਏ। ਸਾਰਾ ਦਿਨ ਕੱਪੜੇ ਰੰਗਦੇ ਪਏ ਹੋ, ਸਾਰਾ ਦਿਨ ਕੰਮ ਕਰਦੇ ਹੋ। ਤੇ ਭਗਤ ਨਾਮਦੇਵ ਜੀ ਨੇ ਫਿਰ ਅੱਗੋਂ ਤਰਲੋਚਨ ਜੀ ਦੇ ਸ਼ਬਦ ਵੀ ਕਹੇ ਨੇ, ਕਬੀਰ ਜੀ ਨੇ, ਕਿ ਨਾਮਾ ਮਾਇਆ ਮੋਹਿਆ, ਵੀ ਨਾਮਦੇਵ ਜੀ ਮਾਇਆ ਵਿੱਚ ਫਸ ਗਏ। ਉਹ ਕਹੇ ਤਰਲੋਚਨ ਮੀਤ, ਮਿੱਤਰ ਸਨ ਉਹਨਾਂ ਦੇ। ਕਾਹੇ ਛੀਪੇ ਛਾਇਲੇ ਰਾਮ ਨਾ ਲਾਵੋ ਚੀਤ। ਤੇ ਅੱਗੋਂ ਭਗਤ ਨਾਮਦੇਵ ਜੀ ਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਨਾਮਾ ਕਹੈ ਤਰਲੋਚਨਾ, ਮੁਖ ਤੇ ਰਾਮ ਸਮਾਦ, ਹਾਥ ਪਾਏ ਕਰ ਕੰਮ ਸਭ, ਚੇਤ ਨਰੰਜਨ ਨਾਲ। 2 ਹਿੱਸੇ ਕਰ ਦਿੱਤੇ। ਜ਼ਿੰਦਗੀ ਧਰਮ ਨੂੰ ਜਾਣਨਾ ਹੈ ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਸਾਡਾ ਜੀਵਨ 2 ਤਰ੍ਹਾਂ ਦਾ ਹੈ। ਔਰ ਅੱਜ ਦੇ ਸ਼ਲੋਕ ਇਹਦਾ ਵਰਣਨ ਕਰ ਰਹੇ ਨੇ, ਜਿੱਥੇ ਕਹਿ ਰਹੇ ਨਾ ਖਿੰਥਾ ਸੜ ਗਈ ਧਾਗਾ ਬਚ ਗਿਆ। ਜਿੱਥੇ ਕਬੀਰ ਜੀ ਕਹਿੰਦੇ ਨੇ ਖੱਪਰ ਟੁੱਟ ਗਿਆ ਤੇ ਧਾਗਾ ਬਚ ਗਿਆ। ਜਿੱਥੇ ਕਹਿ ਰਹੇ ਨੇ ਵੀ ਇਸ ਘੱਗਰੇ ਨੂੰ, ਸਰੀਰ ਨੂੰ 4 ਪਾਸਿਓਂ ਕਾਲ ਦੀ ਮੌਤ ਦੀ ਅੱਗ ਲੱਗੀ ਗਈ ਤੇ ਸਰੀਰ ਤਾਂ ਖਤਮ ਹੋ ਜਾਂਦਾ ਪਰ ਵਿੱਚ ਧਾਗਾ ਬਚ ਜਾਂਦਾ ਹੈ। ਉੱਥੇ ਇਸ਼ਾਰਾ ਕਰ ਰਹੇ ਨੇ ਆ ਬਾਹਰਲਾ ਹਿੱਸਾ ਤਬਦੀਲ ਹੋ ਰਿਹਾ ਹੈ, ਇਹਦੇ ਨਾਲ ਸੰਬੰਧ ਬਹੁਤੇ ਨਾ ਰੱਖੀ, ਕਿਉਂਕਿ ਇਹ ਬਦਲਦਾ ਹੈ
ਇਹ ਹੱਥਾਂ ਵਿੱਚੋਂ ਨਿਕਲ ਜਾਂਦਾ ਹੈ, ਪਰ ਇਸ ਸਾਰੇ ਸਰੀਰ ਦੇ ਵਿੱਚ ਇੱਕ ਧਾਗਾ ਹੈ, ਉਹ ਧਾਗਾ ਹੈ ਤੇਰੀ ਆਤਮਾ ਦਾ, ਉਹ ਤੇਰਾ ਆਪਣੇ ਆਪ ਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਆਪਣੇ ਸ਼ਬਦ ਨੂੰ ਪਹਿਚਾਣ। ਮੈਂ ਤੇ ਥੋੜੀ ਜਿਹੀ ਬੇਨਤੀ ਕਰਾਂਗਾ, ਕਿਉਂਕਿ ਸਤਿਗੁਰਾਂ ਦੀ ਬਾਣੀ ਵਿੱਚ ਇੰਨੀ ਡੂੰਘਾਈ ਤੇ ਇੰਨੀ ਸਰਲਤਾ, ਦੋ ਗੁਣ ਇਕੱਠੇ ਨੇ, ਧਿਆਨ ਦੇਣਾ। ਜਦੋਂ ਬਾਣੀ ਪੜ੍ਹੀਏ ਤੇ ਇੱਕ ਗੱਲ ਸਾਹਮਣੇ ਆਉਂਦੀ ਏ, ਗਿਆਨ ਜਿਹੜੇ ਗ੍ਰੰਥਾਂ ਨੇ ਦਿੱਤਾ ਬੜਾ ਹੀ ਮਹਿੰਗਾ, ਬੜਾ ਕਠਿਨ, ਸਮਝ ਵਿੱਚ ਨਹੀਂ ਆਉਂਦਾ। ਜਿੰਨਾ ਪੁਰਾਣੇ ਗਿਆਨ ਜਿਨ੍ਹਾਂ ਨੇ ਦਿੱਤੇ ਨੇ, ਉਹ ਦੋ ਹੀ ਗੱਲਾਂ ਕਰਦੇ ਵੀ ਅਹੰਸ ਬ੍ਰਹਮ, ਮੈਂ ਪਰਮਾਤਮਾ ਹਾਂ, ਮੇਰੀ ਕਦੀ ਮੌਤ ਨਹੀਂ ਹੁੰਦੀ, ਸਰੀਰ ਮਰ ਜਾਂਦਾ ਹੈ। ਆਤਮਾ ਦੀ ਗੱਲ ਚੱਲਦੀ, ਪਰਮਾਤਮਾ ਦੀ ਗੱਲ ਚੱਲਦੀ, ਸਰੀਰ ਦੀ ਗੱਲ ਚੱਲਦੀ। ਗੁਰੂ ਸਾਹਿਬ ਨੇ ਇੱਕ ਸਾਨੂੰ ਨਵਾਂ ਵਿਗਿਆਨ ਦਿੱਤਾ, ਜਿਹਦੇ ਰਾਹੀਂ ਅਸੀਂ ਆਪਣੇ ਕੇਂਦਰ ਨੂੰ, ਉਸ ਧਾਗੇ ਨੂੰ, ਉਸ ਆਤਮਾ ਨੂੰ, ਜਿਹਨੂੰ ਕਿਹਾ ਹੈ ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ, ਅਸੀਂ ਆਪਣੇ ਆਪ ਨੂੰ ਬੜੇ ਸਰਲ ਤਰੀਕੇ ਨਾਲ ਦੇਖ ਸਕਦੇ ਹਾਂ। ਮੈਂ 5-7 ਮਿੰਟ ਵਿੱਚ ਇਹ ਬੇਨਤੀ ਜੋ ਸਾਰਤਾ ਤੇ ਗੁਰਮਤਿ ਦੀ ਸਾਧਨਾ ਦਾ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਂ। ਮੁੱਖ ਮੁੱਦਾ ਸਾਡੀ ਸਾਧਨਾ ਦਾ, ਸਾਡੇ ਕਰਤੱਵ ਦਾ, ਭਾਵੇਂ ਅਸੀਂ ਗੁਰਦੁਆਰੇ ਜਾ ਰਹੇ ਹਾਂ, ਭਾਵੇਂ ਅਸੀਂ ਨਿਤਨੇਮ ਕਰ ਰਹੇ ਹਾਂ, ਧਿਆਨ ਦਿਓ, ਭਾਵੇਂ ਲੰਗਰ ਵਰਤਾ ਰਹੇ ਹਾਂ, ਬਣਾ ਰਹੇ ਹਾਂ, ਕੋਈ ਕਥਾ ਕਰ ਰਿਹਾ, ਕੋਈ ਕੀਰਤਨ, ਕੋਈ ਸੁਣ ਰਿਹਾ, ਗੁਰੂ ਸਾਹਿਬ ਜੀ ਦੀ ਸੇਵਾ ਹੋ ਰਹੀ, ਇਹ ਸਾਰੇ ਕੰਮਾਂ ਦਾ ਕੇਂਦਰ ਮਿਸ਼ਨ ਕੀ ਹੈ? ਕਿੱਥੇ ਪਹੁੰਚਣਾ ਹੈ? ਪਹੁੰਚਣਾ ਹੈ ਸਾਰੇ ਕੰਮ ਕਰਕੇ ਮਨੁੱਖ ਨੇ ਆਪਣੇ ਆਪ ਤੱਕ। ਇੱਕ ਆਦਮੀ ਦੁਕਾਨ ਤੋਂ ਸ਼ੀਸ਼ਾ ਖਰੀਦਦਾ, ਤੇ ਸ਼ੀਸ਼ਾ ਕਾਹਦੇ ਵਾਸਤੇ ਖਰੀਦਿਆ ਜਾਂਦਾ ਹੈ? ਸ਼ੀਸ਼ੇ ਦਾ ਕੇਂਦਰ ਕੀ ਹੈ, ਕਾਹਦੇ ਵਾਸਤੇ? ਔਰ ਜਦੋਂ ਭਾਈ ਕੌਡੇ ਨੇ ਉਹ ਸ਼ੀਸ਼ਾ ਵਿਖਾਇਆ ਸੀ ਨਾ, ਜਿਹਦੇ ਵਿੱਚ ਗੁਰੂ ਸਾਹਿਬ ਦੀ ਝਲਕ ਪਈ, ਭਾਈ ਮਰਦਾਨਾ ਜੀ ਨੇ ਕਿਹਾ ਸੀ ਮਹਾਰਾਜ ਲੈ ਲਓ, ਨਾਲ ਲੈ ਚੱਲਨੇ। ਹਜ਼ੂਰ ਨੇ ਕਿਹਾ ਸੀ ਮਰਦਾਨਿਆ, ਇਸ ਸ਼ੀਸ਼ੇ ਦਾ ਕੀ ਕਰੇਗਾ? ਜਿਹੜਾ ਇਸ ਕੌਡੇ ਕੋਲੇ ਅੱਜ ਤੇ ਮਨੁੱਖ ਦੇ ਚਿਹਰਿਆਂ ਨੂੰ ਪ੍ਰਗਟ ਕਰਦਾ ਹੈ, ਕਿਉਂਕਿ ਉਹਦੇ ਵਿੱਚ ਵਿਸ਼ੇਸ਼ਤਾ ਸੀ ਕਿ ਜਿਹੜੇ ਆਦਮੀ ਤੇ ਲਾਓ ਦੀ ਤਸਵੀਰ ਸਾਹਮਣੇ ਆ ਜਾਂਦੀ ਸੀ। ਕੌਡੇ ਕੋਲ ਜਿਹੜਾ ਸ਼ੀਸ਼ਾ ਸੀ ਨਾ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਉਹਨੂੰ ਦਿਸਿਆ, ਅਸਲ ਵਿੱਚ ਉਹ ਜਿਹੜਾ ਕੌਡਾ ਸੀ ਆਮ ਆਦਮੀ ਨਹੀਂ ਸੀ, ਇਹ ਆਦਮੀ ਤੇ ਚੰਗਾ ਸੀ, ਪਰ ਇਹਨੂੰ ਜਦੋਂ ਜਗਤ ਦੇ ਵਿੱਚ ਸੰਸਾਰ ਦੇ ਲੋਕਾਂ ਨੇ ਸਤਾਇਆ ਤੇ ਜਦੋਂ ਦਿਸਿਆ ਵੀ ਝੂਠ ਹੈ, ਉਹਨੇ ਕਿਹਾ ਤੇ ਬੰਦੇ ਹੀ ਕੋਈ ਨਹੀਂ, ਇਹਨੂੰ ਤੇ ਮਾਰ ਕੇ ਖਾਣਾ ਚਾਹੀਦਾ, ਬੰਦਾ ਤੇ ਇਹਨਾਂ ਵਿੱਚ ਹੈ ਹੀ ਕੋਈ ਨਹੀਂ, ਇਹ ਤੇ ਪਸ਼ੂ ਨੇ। ਸੱਚਾਈ ਇਹ ਹੈ, ਇਹ ਸੱਚਾਈ ਹੈ ਵੀ ਆਦਮੀ ਉਦੋਂ ਬਣਨਾ ਜਦੋਂ ਇਹਨੇ ਇੱਕ ਦਮ ਨੂੰ ਸੰਭਾਲਣਾ ਹੈ। ਉਹਦੇ ਤੋਂ ਪਹਿਲਾਂ ਮਨੁੱਖ ਵੀ, ਕਿਉਂਕਿ ਆਪਾਂ ਕੁਦਰਤ ਦਾ ਹਿੱਸਾ ਹਾਂ। ਜਿਵੇਂ ਇੱਕ ਜੰਗਲ ਦਾ ਸ਼ੇਰ ਪੈਦਾ ਹੋਇਆ, ਕੁੱਤਾ ਪੈਦਾ ਹੋਇਆ, ਆਪਾਂ ਵੀ ਤੇ ਕੁਦਰਤ ਵਿੱਚ ਉਸ ਤਰ੍ਹਾਂ ਹੀ ਜਨਮੇ ਹਾਂ, ਕੋਈ ਵੱਖਰਾ ਨਹੀਂ ਮਨੁੱਖ। ਇਹ ਬਾਅਦ ਵਿੱਚ ਵਿਕਾਸ ਕਰਕੇ ਸਤਿਪੁਰਸ਼ਾਂ ਨੇ ਇਹਨੂੰ ਦੱਸਿਆ ਵੀ ਤੇਰੇ ਅੰਦਰ ਇੱਕ ਵਿਵੇਕ ਬੁੱਧੀ, ਉਹਦੀ ਵਰਤੋਂ ਕਰ ਤੇ ਆਪਣੇ ਵਿੱਚੋਂ ਅੰਮ੍ਰਿਤ ਦੀ ਖੋਜ ਕਰ, ਤਾਂ ਤੂੰ ਮਨੁੱਖ ਬਣੇ। ਤੇ ਜਿੰਨਾ ਚਿਰ ਅੰਦਰ ਬਿਰਤੀਆਂ ਪਸ਼ੂਆਂ ਵਾਲੀਆਂ ਨੇ, ਜਿਸ ਵੇਲੇ ਉਹ ਸ਼ੀਸ਼ਾ ਅੱਗੇ ਕੀਤਾ, ਮਹਾਰਾਜ ਕਹਿੰਦੇ ਵੀ ਤੂੰ ਇੱਥੇ ਜੰਗਲ ਵਿੱਚ ਸ਼ੀਸ਼ਾ ਕਿਉਂ ਰੱਖਿਆ? ਕਹਿਣ ਲੱਗਾ ਇਹ ਕੋਈ ਫਕੀਰ ਸੀ, ਸਾਧੂ ਸੀ, ਮੈਨੂੰ ਮਿਲਿਆ ਸੀ, ਉਹਨੇ ਮੈਨੂੰ ਦਿੱਤਾ ਸੀ। ਕਿਉਂਕਿ ਇੱਕ ਗੱਲ ਖਿਆਲ ਰੱਖਣਾ, ਜਿਹੜੇ ਵੀ ਲੋਕ ਗੁਰੂ ਸਾਹਿਬ ਨਾਲ ਸੰਬੰਧਿਤ ਹੋਏ ਨੇ ਤੇ ਗੁਰੂ ਸਾਹਿਬ ਜਿਨ੍ਹਾਂ ਕੋਲ ਸਪੈਸ਼ਲ ਲੱਭ ਕੇ ਗਏ ਨੇ, ਆਪ ਕਹਿੰਦੇ ਨੇ ਬਾਣੀ ਵਿੱਚ, ਗੁਰਮੁਖ ਖੋਜਤ ਭੈ ਉਦਾਸੀ, ਮੈਂ ਉਹਨਾਂ ਨੂੰ ਲੱਭਣਾ। ਉਹ ਵਿਸ਼ੇਸ਼ ਬੰਦੇ ਨੇ, ਖਾਸ ਨੇ, ਇਹ ਐਵੇਂ ਨਹੀਂ ਸਨ। ਇਸ ਕੌਡੇ ਨੂੰ ਵੀ ਪਹਿਲਾਂ ਕਿਸੇ ਸਾਧੂ ਦੀ ਸੰਗਤ ਪ੍ਰਾਪਤ ਹੋਈ, ਉਹਨੇ ਸ਼ੀਸ਼ਾ ਦਿੱਤਾ ਸੀ ਔਰ ਉਹਨੇ ਕਿਹਾ ਸੀ ਇਹਦੇ ਵਿੱਚ ਆਦਮੀ ਦੀ ਤਸਵੀਰ ਆਉਂਦੀ ਹੈ। ਬੰਦੇ ਖਾਣ ਦੀ ਇਹਨੂੰ ਆਦਤ ਪੈ ਗਈ ਸੀ, ਕਿਉਂਕਿ ਮਾਸ ਖਾਣ ਦੇ ਵਿਗਿਆਨ ਦੇ ਵਿੱਚ ਇਹ ਖੋਜ ਪ੍ਰਗਟ ਹੋ ਚੁੱਕੀ ਹੈ ਕਿ ਆਦਮੀ ਨੂੰ ਜੇ ਆਦਮੀ ਦਾ ਮਾਸ ਮੂੰਹ ਲੱਗ ਜਾਏ, ਉਹ ਛੱਡ ਨਹੀਂ ਸਕਦਾ ਕਦੀ, ਇੰਨਾ ਸਵਾਦ ਲੱਗਦਾ ਉਸ। ਆਦਮਖੋਰ ਜਿਹਨੂੰ ਕਹਿੰਦੇ ਨਾ, ਉਹਨੂੰ ਨਾ ਹੋਰ ਕਿਸੇ ਦਾ ਮਾਸ ਚੰਗਾ ਨਹੀਂ ਲੱਗੇ। ਇਹ ਆਦਮੀ ਮਾਰ ਕੇ ਖਾਂਦਾ ਸੀ ਤੇ ਉਹਨੇ ਸਾਧੂ ਨੇ ਜੁਗਤ ਦਿੱਤੀ ਵੀ
ਆ ਸ਼ੀਸ਼ਾ ਫੜ, ਇਹਦੇ ਵਿੱਚ ਆਦਮੀ ਦੀ ਤਸਵੀਰ ਆ ਜਾਏਗੀ, ਜਿਵੇਂ ਦਾ ਉਹਦਾ ਅੰਦਰ ਹੋਵੇਗਾ, ਕਰਤੂਤ ਹੋਵੇਗਾ, ਉਵੇਂ ਦੀ ਉਹਦੇ ਝਲਕਾ ਪਏਗਾ ਸ਼ੀਸ਼ੇ ਵਿੱਚ। ਕਹਿਣ ਲੱਗਾ ਮਹਾਰਾਜ ਮੈਂ ਆ ਸ਼ੀਸ਼ਾ ਬੜੇ ਲੋਕਾਂ ਤੇ ਲਾ ਕੇ ਵੇਖਣਾ, ਬੰਦਾ ਤੇ ਵਿਰਲੇ ਜੇ ਕੋਈ, ਨਹੀਂ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਤਾਂ ਸਤਿਗੁਰੂ ਨੇ ਜਦੋਂ ਉਹਨੇ ਭੇਟਾ ਕੀਤਾ ਨਾ ਵੀ ਲੈ ਜਾਓ, ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਲੈ ਚੱਲੀਏ। ਗੁਰੂ ਨਾਨਕ ਦੇਵ ਜੀ ਨੇ ਕਿਹਾ ਨਹੀਂ। ਹਜ਼ੂਰ ਨੇ ਕਿਹਾ ਮਰਦਾਨਿਆ ਸ਼ੀਸ਼ੇ ਦਾ ਕੀ ਕਰੇਗਾ, ਇਹਨੂੰ ਜੰਗਾਲ ਲੱਗ ਜਾਏਗਾ, ਇਹ ਟੁੱਟ ਵੀ ਸਕਦਾ ਜਾਂ ਗਵਾਚ ਵੀ ਸਕਦਾ। ਮੈਂ ਤੁਹਾਨੂੰ ਇੱਕ ਸ਼ੀਸ਼ਾ ਦਿਆਂਗਾ ਜਿਹੜਾ ਕਦੀ ਪੁਰਾਣਾ ਨਹੀਂ ਹੋਵੇਗਾ, ਕਦੀ ਗਵਾਚੇਗਾ ਨਹੀਂ, ਕਦੀ ਜੰਗਾਲ ਨਹੀਂ ਲੱਗੇਗਾ। ਉਹ ਕਿਹੜਾ ਮਹਾਰਾਜ? ਕਹਿਣ ਲੱਗੇ ਜਪਜੀ ਸਾਹਿਬ। ਹਰ ਰੋਜ਼ ਤੁਸੀਂ ਉਹਨੂੰ ਅੱਗੇ ਰੱਖ ਕੇ ਵੇਖਣਾ ਆਪਣੇ ਆਪ ਨੂੰ, ਤੁਹਾਡੀ ਤਸਵੀਰ ਉਸ ਜਪਜੀ ਵਿੱਚੋਂ ਤੁਹਾਨੂੰ ਦਿਸਣੀ ਸ਼ੁਰੂ ਹੋ ਜਾਏਗੀ, ਨਜ਼ਰ ਆਵੇਗੀ। ਇਹ ਸੱਚਾਈ ਹੈ ਨਾ। ਜਦੋਂ ਅਸੀਂ ਗੁਰੂ ਕੇ ਦਰਬਾਰ ਵਿੱਚ ਆਉਂਦੇ ਹਾਂ, ਸਾਨੂੰ ਸਾਡੇ ਸਵਾਲਾਂ ਦਾ ਜਵਾਬ ਮਿਲ ਜਾਂਦਾ, ਜਾਂ ਕੀਰਤਨ ਵਿੱਚ, ਜਾਂ ਹੁਕਮਨਾਮੇ ਵਿੱਚ, ਜਾਂ ਕਥਾ ਵਿੱਚ, ਕਿਤੋਂ। ਗੁਰੂ ਸ਼ੀਸ਼ਾ ਹੈ, ਗੁਰਬਾਣੀ ਨਜ਼ਰ ਆਏਗਾ, ਦਿਸੇਗਾ ਆਪਣਾ ਆਪ। ਹਾਂ ਇਹ ਗੱਲ ਵੱਖਰੀ ਹੈ, ਕੋਈ ਕਰੂਪ ਆਦਮੀ ਸੀ, ਉਹਦਾ ਚਿਹਰਾ ਬੜਾ ਕਰੂਪ ਸੀ, ਤੇ ਜਦੋਂ ਕਿਸੇ ਸ਼ੀਸ਼ੇ ਨੂੰ ਵੇਖਦਾ ਸੀ, ਹੁਣ ਸ਼ੀਸ਼ੇ ਨੇ ਤੇ ਠੀਕ ਖਬਰ ਦੇਣੀ ਹੈ ਨਾ, ਵੀ ਤੇਰਾ ਮੂੰਹ ਇਸ ਤਰ੍ਹਾਂ ਦਾ, ਨੈਣ ਨਕਸ਼ ਤੇਰੇ ਟੇਢੇ ਨੇ, ਰੰਗ ਤੇਰਾ ਕਰੂਪ ਖਬਰ ਦਿੰਦਾ ਸੀ। ਹੁਣ ਕਰੂਪ ਤੇ ਆਪ ਸੀ, ਪਰ ਦੋਸ਼ ਕੱਢਦਾ ਸੀ ਸ਼ੀਸ਼ੇ ਦਾ। ਜਿਹੜਾ ਸ਼ੀਸ਼ੇ ਨੇ ਖਬਰ ਦੇਣੀ, ਵੱਟਾ ਲੈ ਕੇ ਤੋੜ ਕੇ ਸਿੱਟ ਦੇਣਾ। ਬਹੁਤ ਕ੍ਰੋਧਿਤ ਹੋ ਗਿਆ। ਉਹਦੇ ਘਰ ਦੇ ਬਾਹਰ ਸ਼ੀਸ਼ਿਆਂ ਦੇ ਟੁੱਟੇ ਹੋਏ ਟੁਕੜੇ ਪਏ ਢੇਰ ਲੱਗਾ ਹੋਇਆ ਸੀ, ਕਿਉਂਕਿ ਵਾਰ-ਵਾਰ ਦੁਕਾਨਾਂ ਬਦਲ ਕੇ ਸ਼ੀਸ਼ੇ ਖਰੀਦਦਾ ਸੀ ਕਿ ਇਹ ਸ਼ੀਸ਼ੇ ਮੇਰੀ ਤਸਵੀਰ ਠੀਕ ਨਹੀਂ ਦਿੰਦੇ, ਹੋਰ ਲਵਾਂ, ਹੋਰ ਲਵਾਂ, ਹੋਰ ਲਵਾਂ। ਹੁਣ ਸ਼ੀਸ਼ੇ ਨੇ ਤੇ ਕਹਿਣਾ ਹੀ। ਇੱਕ ਦਿਨ ਬਾਹਰੋਂ ਕੋਈ ਮਨੁੱਖ ਲੰਘਿਆ, ਜਾਗਿਆ ਸੀ, ਉਹਨੇ ਵੇਖਿਆ ਵੀ ਆਦਮੀ ਦੇ ਘਰ ਦੇ ਅੱਗੇ ਸ਼ੀਸ਼ਿਆਂ ਦਾ ਢੇਰ, ਜਾਂ ਤੇ ਵਪਾਰ ਕਰਦਾ। ਉਹ ਵੀ ਬਾਹਰ ਨਿਕਲਿਆ, ਕਹਿੰਦੇ ਸੱਜਣਾ ਸ਼ੀਸ਼ਿਆਂ ਦਾ ਢੇਰ ਟੁੱਟਿਆਂ ਹੋਇਆਂ ਦਾ ਕਿਉਂ ਲਾ ਕੇ ਬੈਠਾ? ਉਹਨੂੰ ਫਿਰ ਕ੍ਰੋਧ ਆ ਗਿਆ, ਕਿਉਂਕਿ ਮਨ ਇਸ ਤਰ੍ਹਾਂ ਦੀ ਚੀਜ਼ ਹੈ, ਜਿਹੜੀ ਚੀਜ਼ ਨੂੰ ਜ਼ਿਆਦਾ ਦੁਹਰਾਓ ਉਹ ਲਗਾਤਾਰ ਪ੍ਰਗਟ ਹੋਣ ਲੱਗ ਪਏ, ਕ੍ਰੋਧ ਪ੍ਰਗਟ ਹੋ। ਕਹਿਣ ਲੱਗਾ ਇਹਨਾਂ ਸ਼ੀਸ਼ਿਆਂ ਦੇ ਵਿੱਚ ਬਹੁਤ ਨੁਕਸ ਹੈ, ਮੇਰਾ ਚਿਹਰਾ ਠੀਕ ਨਹੀਂ ਦੱਸਦੇ, ਮੈਨੂੰ ਕਰੂਪ ਵਿਖਾਉਂਦੇ ਨੇ ਜਦੋਂ ਮੈਂ ਅੱਗੇ ਹੁੰਦਾ। ਤੇ ਉਹ ਹੈ ਸੀ ਕਰੂਪ। ਉਹ ਫਕੀਰ ਹੱਸ ਪਿਆ, ਕਹਿਣ ਲੱਗੇ ਸੱਜਣਾ ਸ਼ੀਸ਼ੇ ਦਾ ਦੋਸ਼ ਕੀ, ਤੇਰਾ ਚਿਹਰਾ ਹੀ ਇਸ ਤਰ੍ਹਾਂ ਦਾ ਹੈ। ਉਹਨੇ ਤੇ ਉਸੇ ਤਰ੍ਹਾਂ ਦੱਸ। ਕਹਿੰਦਾ ਨਹੀਂ, ਮੈਂ ਇਸ ਨੂੰ ਪ੍ਰਵਾਨ ਨਹੀਂ ਕਰਦਾ, ਮੈਂ ਸ਼ੀਸ਼ੇ ਤੋੜਦੇ ਹੀ ਰਵਾਂਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵਿਚਾਰਧਾਰਾ ਜਿਹੜੀ ਸ਼ੁੱਧ ਹੈ, ਉਹ ਸ਼ੀਸ਼ੇ ਵਰਗੀ ਹੈ। ਪਰ ਅਸੀਂ ਲੱਭਦੇ ਫਿਰਨੇ ਆ ਵੀ ਇਸ ਤਰ੍ਹਾਂ ਦੇ ਸ਼ੀਸ਼ੇ ਲੱਭ ਜਾਣ, ਵੀ ਹੋਈਏ ਕਰੂਪ ਤੇ ਸਾਨੂੰ ਕਹਿਣ ਜੀ ਬੜੇ ਸੋਹਣੇ ਹੋ ਤੁਸੀਂ। ਅਸੀਂ ਇਸ ਤਰ੍ਹਾਂ ਦਾ ਗੁਰੂ ਲੱਭਦੇ ਫਿਰਨੇ। ਤੇ ਮੈਂ ਵੀ ਬੇਨਤੀ ਕਰਾਂ, ਅਸੀਂ ਇਸ ਤਰ੍ਹਾਂ ਦੇ ਵਿਆਖਿਆਕਾਰ ਵੀ ਲੱਭਦੇ ਫਿਰਨੇ ਆ, ਵੀ ਪੱਲੇ ਸਾਡੇ ਕੱਖ ਨਾ ਆਉਣ ਤੇ ਸਾਨੂੰ ਕਹਿਣ ਜੀ ਤੁਸੀਂ ਬ੍ਰਹਮ ਗਿਆਨੀ ਹੋ। ਅਸੀਂ ਇਹ ਵੀ ਲੱਭਨੇ ਆ। ਇਸ ਤਰ੍ਹਾਂ ਦੇ ਵੀ ਗੁਰਦੁਆਰੇ ਸੁਣਨ ਵਿੱਚ ਆਏ ਨੇ, ਜਿੱਥੇ ਸਿੰਘ ਗਏ, ਕਹਿਣ ਲੱਗੇ ਸਾਨੂੰ ਜਾਣ ਤੋਂ ਅੰਦਰ ਪਹਿਲਾਂ ਕਿਹਾ ਗਿਆ ਜੀ ਕਥਾ ਕਰਨੀ ਹੈ, ਗੁਰੂ ਗੋਬਿੰਦ ਸਿੰਘ ਦੀ ਗੱਲ ਨਾ ਕਰਿਆ ਜੇ, ਅੰਮ੍ਰਿਤ ਦੀ ਗੱਲ ਨਾ ਕਰਿਆ ਜੇ। ਸ਼ੀਸ਼ੇ ਤੋੜਨ ਵਾਲੀ ਗੱਲ ਹੈ। ਸਚਾਈ ਨੂੰ ਅਸੀਂ ਕੱਪੜਾ ਪਾ ਕੇ ਢੱਕਣਾ ਚਾਹੁੰਦੇ ਹਾਂ, ਝੂਠ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ। ਇਹ ਤੇ ਪੁਰਾਤਨਤਾ ਵਿੱਚ ਹੋਇਆ, ਅੱਜ ਵੀ ਅਸੀਂ ਕਰ ਰਹੇ ਹਾਂ। ਚੀਜ਼ਾਂ ਬਦਲ ਜਾਂਦੀਆਂ ਨੇ, ਨਾਮ ਬਦਲ ਜਾਂਦੇ ਨੇ, ਬਾਹਰਲੀਆਂ ਹਿੱਸੇ ਬਦਲ ਜਾਂਦੇ, ਅੰਦਰ ਬਦਲੇ ਤਾਂ ਕੋਈ ਤਬਦੀਲੀ ਆਵੇ। ਆਦਮੀ ਯਤਨ ਕਰਦਾ ਹੈ ਜੀ ਕਥਾ ਫਲਾਣੀ ਨਹੀਂ, ਅਸੀਂ ਤੇ ਉਹ ਸੁਣਨੇ ਹੁੰਦੇ ਹਾਂ। ਕਿਹੜੀ ਸੁਣਨੇ? ਜਿਹੜੀ ਸਾਨੂੰ ਚੰਗੀ ਲੱਗਦੀ, ਉਹ ਠੀਕ ਹੈ। ਅਸਲ ਵਿੱਚ ਮਨੁੱਖ ਆਪ ਜਦੋਂ ਵਿੰਗਾ ਹੈ, ਸ਼ੀਸ਼ਾ ਕੀ ਕਰੇਗਾ? ਜਾਂ ਫਿਰ ਉਹ ਸ਼ੀਸ਼ਾ ਬੇਈਮਾਨ ਹੋਵੇ, ਉਹ ਹੋਵੇ ਖੁਦ ਗਰਜ, ਝੂਠ ਬੋਲਣ ਵਾਲਾ। ਪੂਰਾ ਗੁਰੂ ਤੇ ਕਦੀ ਝੂਠ ਨਹੀਂ ਬੋਲੇਗਾ, ਔਰ ਗੁਰੂ ਕਦੀ ਝੂਠ ਬੋਲਣ ਦੀ ਇਜਾਜ਼ਤ ਵੀ ਨਹੀਂ ਦੇਗਾ। ਇਸ ਕਰਕੇ ਸਤਿਗੁਰੂ ਨੇ ਕਿਹਾ ਮਰਦਾਨਿਆਂ, ਜਪਜੀ ਸਾਹਿਬ ਸ਼ੀਸ਼ਾ ਹੈ,
ਜਦੋਂ ਤੂੰ ਉਹਨੂੰ ਪੜ੍ਹੇਗਾ ਤੇ ਜਦੋਂ ਵਿੱਚ ਸ਼ਬਦ ਆਵੇਗਾ ਨਾ, ਤੂੰ ਦਿਨ ਰਾਤ ਕਹਿੰਦਾ ਰਹਿਣਾ ਮੈਨੂੰ ਸਾਰਾ ਪਤਾ ਹੈ, ਮੈਂ ਸਭ ਕੁਝ ਜਾਣਨਾ, ਮੈਨੂੰ ਸਾਰਾ ਪਤਾ ਹੈ, ਮੈਂ ਸਭ ਕੁਝ ਜਾਣਨਾ। ਤੇ ਉਹ ਸ਼ੀਸ਼ਾ ਅੱਗੋਂ ਕਹੇਗਾ ਜੇ ਹੋਂ ਜਾਣਾ ਆਖਾਂ ਨਹੀਂ, ਜੇ ਤੇਰੇ ਕੋਲ ਜਾਣਕਾਰੀ ਹੈ ਨਾ ਤੇ ਉਹਦਾ ਹੰਕਾਰ ਨਾ ਕਰ। ਕੁਝ ਵੀ ਜਾਣਨਾ, ਧਰਮ ਦੇ ਮਾਮਲੇ ਵਿੱਚ, ਸੰਸਾਰ ਦੇ ਮਾਮਲੇ। ਜੇ ਹੋਂ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਈ। ਤੇ ਜਦੋਂ ਸ਼ੀਸ਼ੇ ਵਿੱਚੋਂ ਆਵਾਜ਼ ਆਏਗੀ ਨਾ, ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇਰੀ ਤਸਵੀਰ ਸਾਹਮਣੇ ਆ ਜਾਏਗੀ। ਉਹ ਦੱਸ ਦੇਗਾ ਵੀ ਤੈਨੂੰ ਤੇ ਦਿਨ ਰਾਤ ਵਿਸਰਿਆ ਫਿਰਦਾ, ਤੈਨੂੰ ਤੇ ਯਾਦ ਆਈ ਨਹੀਂ ਕਦੀ, ਤੇਰੀ ਰਸਨਾ ਤੇ ਉਹਦਾ ਨਾਮ ਕਦੀ ਆਇਆ ਹੀ ਨਹੀਂ। ਤੂੰ ਕਿਵੇਂ ਕਹਿ ਰਿਹਾ ਹੈ, ਕਿਵੇਂ ਪੜ੍ਹ ਰਿਹਾ, ਮੈਨੂੰ ਕਿਵੇਂ ਜਪ ਰਿਹਾ। ਤੇ ਉੱਥੇ ਤਸਵੀਰ ਸਾਹਮਣੇ ਆ ਜਾਏਗੀ। ਤੇ ਫਿਰ ਸਤਿਗੁਰੂ ਅੱਗੇ ਅਰਦਾਸ ਕਰਾਂਗੇ ਵੀ ਹੁਣ ਕਿਵੇਂ ਕਰੀਏ। ਤੇ ਫਿਰ ਉਹ ਸ਼ੀਸ਼ਾ ਦੱਸ ਦੇਗਾ ਵੀ ਲੈ ਮੈਂ ਤੈਨੂੰ ਪਾਣੀ ਦੇਣਾ, ਆਪਣਾ ਮੂੰਹ ਧੋ ਲੈ, ਦਾਗ ਲੈ ਜਾਣਗੇ ਤੇ ਤੂੰ ਸੋਹਣਾ ਹੋ ਜਾਏਗਾ, ਸੁੰਦਰ ਹੋ ਜਾਏਗਾ। ਕਿਹੜਾ ਪਾਣੀ? ਕਹਿਣ ਲੱਗੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਆਪਣੇ ਅੰਦਰ ਨੂੰ ਧੋ ਗੁਰੂ ਕੇ ਉਪਦੇਸ਼ ਸ਼ਬਦ ਨਾਲ। ਤੇ ਜਦੋਂ ਧੁੱਪ ਜਾਏਗਾ ਨਾ, ਉਦੋਂ ਤੇਰੇ ਵਿੱਚ ਇੱਕ ਚੀਜ਼ ਪ੍ਰਗਟ ਹੋਏਗੀ, ਉਹਨੂੰ ਕਹਿੰਦੇ ਨੇ ਗੁਣ। ਬੜੇ ਗੁਣ ਪ੍ਰਗਟ ਹੋਣਗੇ। ਸਹਿਜ ਸੁਭਾਏ ਚੰਗਿਆਈ ਅੰਦਰੋਂ ਇਸ ਤਰ੍ਹਾਂ ਨਿਕਲੇਗੀ ਜਿਵੇਂ ਬੱਦਲਾਂ ਵਿੱਚੋਂ ਮੀਂਹ ਪੈਂਦਾ ਹੈ। ਇਹ ਸੱਚਾਈ ਹੈ, ਯਾਦ ਰੱਖਣਾ ਚਾਹੀਦਾ ਹੈ। ਗੁਣ ਸਿੱਖਣ ਦਾ ਵਿਸ਼ਾ ਨਹੀਂ, ਗੁਣ ਉਪਜਦੇ ਨੇ। ਦੋ ਗੱਲਾਂ। ਸਿੱਖਿਆ ਇੱਕੋ ਹੀ ਹੈ, ਗੁਰਾ ਇੱਕ ਦੇ 부ਝਾਈ। ਸਿੱਖਿਆ ਇੱਕ ਹੈ, ਯਾਦ ਲਗਾਤਾਰ ਰਵੇ। ਤੇ ਜਿੱਥੇ ਯਾਦ ਲਗਾਤਾਰ ਰਹੇਗੀ, ਉੱਥੇ ਗੁਣਾਂ ਨੇ ਆਪਣੇ ਆਪ ਉਗਣਾ, ਬੜੀ ਸੰਘਣੀ ਤਾਦਾਦ ਵਿੱਚ। ਆਪਣੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਲਗਾਤਾਰ ਪੈਦਾ ਹੋਣਗੇ ਗੁਣ, ਚੰਗੇ ਗੁਣ, ਸਚਾਈ ਆਪਣੇ ਆਪ। ਮੈਂ ਇਸ ਤਰ੍ਹਾਂ ਦੇ ਗੁਰਮੁਖ ਵੇਖੇ ਨੇ, ਕਹਿੰਦੇ ਪਤਾ ਨਹੀਂ ਕੀ ਹੋ ਗਿਆ, ਜਦੋਂ ਦਾ ਗੁਰਬਾਣੀ ਪੜ੍ਹੀ ਦੀ ਹੈ, ਨਾਮ ਜਪੀਦਾ, ਗੁਰੂ ਦੇ ਮਾਰਗ ਤੇ ਤੁਰੇ ਆ, ਕਦੀ ਚੇਤਾ ਵੀ ਨਹੀਂ ਸੀ ਆਇਆ ਵੀ ਝੂਠ ਬੋਲੀ ਜਾਂਦੇ ਸਾਂ, ਬੋਲੀ ਜਾਂਦੇ ਸਾਂ। ਕਹਿੰਦੇ ਜਦੋਂ ਹੁਣ ਝੂਠ ਬੋਲਣ ਲੱਗੀ, ਹੱਥ ਕੰਬਣ ਲੱਗ ਪੈਂਦੇ ਨੇ। ਕਿਉਂ? ਉਸ ਸਿਕਿਉਰਿਟੀ ਉੱਤੇ ਲੱਗ ਗਈ ਆ, ਕੰਟਰੋਲ ਕਰ ਲਿਆ ਉਸਨੇ। ਗੁਰੂ ਕਾ ਸ਼ਬਦ ਜਿੱਦਣ ਮਨੁੱਖ ਦੇ ਹਿਰਦੇ ਵਿੱਚ ਟਿਕ ਜਾਏਗਾ, ਗੱਲਾਂ ਦੋ ਨੇ, ਗੁਣ ਸਿੱਖਾਂਗੇ ਤੇ ਤਾਂ ਸ਼ਬਦ ਟਿਕੇਗਾ, ਜਾਂ ਸ਼ਬਦ ਟਿਕੇਗਾ ਤੇ ਗੁਣ ਆਉਣਗੇ। ਦੋ ਚੀਜ਼ਾਂ ਨੇ, ਇਹ ਧਿਆਨ ਵਿੱਚ ਰੱਖਣਾ ਚਾਹੀਦਾ। ਸਤਿਗੁਰੂ ਨੇ ਇਹ ਤੇ ਗੱਲ ਕਹੀ ਸੀ ਸੱਜਣ ਨੂੰ, ਇਹ ਗੱਲ ਕਹੀ ਸੀ ਭੂਮੀਏ ਚੋਰ ਨੂੰ। ਉਹਨੇ ਆ ਕੇ ਕਿਹਾ ਮੇਰਾ ਪਾਰ ਉਤਾਰਾ ਹੋਏਗਾ? ਮਹਾਰਾਜ ਕਹਿੰਦੇ ਹੋਏਗਾ। ਕਿਸੇ ਨੂੰ ਨਹੀਂ ਕਿਹਾ ਅੱਜ ਤੱਕ। ਸਤਿਗੁਰੂ ਨੇ ਕਿਸੇ ਨੂੰ ਨਹੀਂ ਕਿਹਾ ਤੇਰਾ ਪਾਰ ਉਤਾਰਾ ਨਹੀਂ ਹੋਏਗਾ, ਭਾਵੇਂ ਕੋਈ ਗਲੀਚਤਾ ਦੀ ਕਿੰਨੀ ਵੱਡੀ ਖੱਡ ਵਿੱਚ ਡਿੱਗਾ ਹੋਵੇ, ਕਿਉਂਕਿ ਪਾਰ ਉਤਾਰਾ ਹੋ ਸਕਦਾ ਹੈ। ਆਦਮੀ ਭਾਵੇਂ ਕਿੰਨਾ ਡਿੱਗ ਪਵੇ, ਉਹਦੇ ਵਿੱਚ ਸੰਭਾਵਨਾ ਹੈ ਪਰਤ ਕੇ ਧੁੱਪ ਸਕਦਾ ਹੈ, ਹੋ ਸਕਦਾ। ਉਹਨੇ ਕਿਹਾ ਫਿਰ ਕਿਵੇਂ? ਮੈਂ ਤੇ ਚੋਰੀ ਕਰਨਾ। ਸਤਿਗੁਰੂ ਨੇ ਕਿਹਾ ਯਾਦ ਕਰਿਆ ਕਰ। ਕਿਹਨੂੰ? ਕਹਿੰਦੇ ਜਿਹਨੇ ਤੈਨੂੰ ਬਣਾਇਆ। ਕਿੱਥੇ ਰਹਿੰਦਾ ਹੈ? ਕਹਿੰਦੇ ਤੇਰੇ ਵਿੱਚ। ਯਾਦ ਕਿਵੇਂ ਕਰਾਂ? ਸ਼ਬਦ ਦੁਆਰਾ ਉਚਾਰਿਆ ਕਰ। ਕਹਿੰਦੇ ਮੈਂ ਤੇ ਚੋਰੀ ਕਰਨਾ। ਸਤਿਗੁਰੂ ਨੇ ਵੇਖ ਲਿਆ, ਜਿਵੇਂ ਦਾ ਮਰੀਜ਼ ਉਵੇਂ ਦੀ ਦਵਾਈ। ਕਈਆਂ ਨੂੰ ਕਹਿੰਦੇ ਵੀ ਬੁਰਿਆਈ ਛੱਡ, ਉਹਨੂੰ ਨਹੀਂ ਕਿਹਾ। ਕਹਿੰਦੇ ਮੈਂ ਤੈਨੂੰ ਕਦੋਂ ਕਿਹਾ ਚੋਰੀ ਨਾ ਕਰ, ਕਰ ਲਿਆ ਕਰ। ਪਰ ਆਪਣੇ ਅੰਦਰਲੀ ਆਵਾਜ਼ ਨੂੰ ਪਹਿਚਾਣ। ਤਿੰਨ ਵਚਨ ਪਾਲ ਨਹੀਂ, ਤਿੰਨ ਵਚਨ। ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ, ਤੇ ਗਰੀਬ ਦੀ ਮਾਰ ਹੁੰਦੀ ਵੇਖ ਕੇ ਚੁੱਪ ਨਹੀਂ ਕਰਨਾ। ਤਿੰਨ ਵਚਨ। ਇਸ ਤਰ੍ਹਾਂ ਤਰੀਕਾ ਬਣਦਾ ਹੈ। ਆ ਜਿਹੜਾ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ, ਵਚਨ ਨੇ ਗੁਰੂ ਦੇ, ਤਾਂ ਕਿ ਇਹਨਾਂ ਨੂੰ ਵੇਖ ਵੇਖ ਕੇ ਸਿੱਧਾ ਨਹੀਂ ਛੁੱਟਦਾ। ਕਿਤੇ ਨਾ ਕਿਤੇ ਤਾਂ ਸਾਡੇ ਅੱਗੇ ਕੋਈ ਨਾ ਕੋਈ ਕਕਾਰ ਆਏਗਾ ਹੀ ਨਾ। ਜਦੋਂ ਝੂਠ ਬੋਲਨੇ, ਪੰਜਾਂ ਵਿੱਚੋਂ ਇੱਕ ਤੇ ਦਿਸੇਗਾ ਹੀ, ਕਿਤੇ ਨਾ ਕਿਤੇ ਝੂਠ ਜ਼ਰੂਰ ਮਾਰੇਗਾ। ਇਸ ਢੰਗ ਦੇ ਨਾਲ ਸਾਧ ਸੰਗਤ ਜਿਸ ਵੇਲੇ ਇਹ ਕਿਹਾ ਤੇ ਉਹ ਤਿੰਨੇ ਵਚਨ ਭੂਮੀਏ ਨੇ ਪਾਲੇ,
ਇੱਕ ਦਿਨ ਅੰਦਰ ਨਾਮ ਵਸ ਗਿਆ। ਇਸ ਕਰਕੇ ਇਹ ਸੰਜੋਗ ਦੇ ਨਾਲ ਜੋੜ ਹੈ। ਸਾਰੀ ਬੁਰਾਈ ਪਹਿਲਾਂ ਛੁੱਟ ਨਹੀਂ ਸਕਦੀ। ਸਤਿਗੁਰੂ ਨੇ ਕਿਹਾ ਪਹਿਲਾਂ ਬਾਣੀ ਨਾਲ ਜੁੜ, ਨਾਮ ਜਪ। ਅਸੀਂ ਇਹ ਨਹੀਂ ਕਹਿ ਸਕਦੇ ਵੀ ਪਾਣੀ ਕੋਲ ਬਾਅਦ ਵਿੱਚ ਜਾਵਾਂਗੇ, ਮੈਲ ਪਹਿਲਾਂ ਉਤਰ ਜਾਏ। ਇਸ ਤਰ੍ਹਾਂ ਨਹੀਂ ਹੋ ਸਕਦਾ। ਹਜ਼ੂਰ ਨੇ ਕਿਹਾ ਤੂੰ ਸ਼ੁਰੂ ਤੇ ਕਰ, 5 ਮਿੰਟ ਤੋਂ ਕਰ। ਇੱਕ ਪੜ ਜਪਜੀ ਸਾਹਿਬ, ਜ਼ਿਆਦਾ ਨਾ ਕਰ। 5 ਪੌੜੀਆਂ ਪੜ, ਪਹਿਲੀ ਪੌੜੀ ਜਪ, ਥੋੜਾ ਜਿਹਾ ਕਰ, ਜ਼ਿਆਦਾ ਹੋਵੇਗਾ। ਫਿਰ ਆਪਣੇ ਆਪ ਸ਼ੁਰੂ ਕਰ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋ ਲੇਤ ਹੈ। ਗੁਰੂ ਕੋਈ ਸ਼ਰਤ ਥੋੜੀ ਲਾਉਂਦਾ ਤੇਰੇ ਨਾਲ ਵੀ ਇੰਨਾ ਕਰੇਗਾ ਤੇ ਆ, ਉਹ ਕਿਹੜਾ ਕੋਈ ਹਿਸਾਬੀ ਕਿਤਾਬੀ ਹੈ। ਤੂੰ ਕਰ, ਇੱਕ ਕਦਮ ਤੁਰ, ਗੁਰੂ ਹਜ਼ਾਰਾਂ ਕਦਮ ਤੈਨੂੰ ਅੱਗੋਂ ਲੈਣ ਵਾਸਤੇ ਆਏਗਾ। ਤੂੰ ਇੱਕ ਕੌਡੀ ਪਿਆਰ ਦੀ ਰੱਖ ਗੁਰੂ ਅੱਗੇ, ਗੁਰੂ ਤੈਨੂੰ ਸਾਰੇ ਨਿਧਾਨ ਤੇਰੀ ਝੋਲੀ ਵਿੱਚ ਪਾਉਣ ਲਈ ਤਿਆਰ ਹੈ। ਇੱਥੋਂ ਤੱਕ ਕਿਹਾ ਵੀ ਇੱਕ ਵਾਰੀ ਤੂੰ ਨਾਮ ਜਪ, ਗੁਰੂ ਤੇਰੇ ਵਿੱਚ ਵਰਤ ਕੇ ਹਜ਼ਾਰਾਂ ਵਾਰੀ ਤੈਨੂੰ ਜਪਾਉਣ ਵਾਸਤੇ ਤੇਰੇ ਕੋਲ ਖੜਾ ਹੈ। ਆਪਣੇ ਚਰਨ ਜਪਾਇਨ ਵਿੱਚ ਦੇਵ ਖੜੋਇਆ, ਵਿੱਚ ਖੜਾ ਹੋਇਆ। ਕਿਸੇ ਗੁਰਮੁਖ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ। ਬੜੇ ਰੰਗੇ ਹੋਏ ਲੋਕ ਜਿਹੜੇ ਅੱਗੇ ਚਲੇ ਗਏ ਤੇ ਉਹਨਾਂ ਨੂੰ ਕਿਸੇ ਨੇ ਪਾਠ ਕਰਦੇ ਨੂੰ ਸੁਣ ਲਿਆ। ਜਪਜੀ ਸਾਹਿਬ 2 ਪੌੜੀਆਂ ਪੜੀਆਂ, 3 ਪੜੀਆਂ, ਚੌਥੀ ਪੜੀ ਤੇ ਉੱਥੇ ਟਿਕ ਗਏ, ਜੁੜ ਗਏ। ਪਰਤ ਕੇ ਆਵਾਜ਼ ਨਹੀਂ ਆਈ, ਕੋਈ ਆਵਾਜ਼ ਨਹੀਂ ਆਉਂਦੀ। ਕੋਲ ਵਾਲਾ ਸੋਚਦਾ ਵੀ ਇਹ ਲੋਕ ਤਾਂ ਇਹਨਾਂ ਨੂੰ ਕਹਿੰਦੇ ਵੀ ਜੁੜੇ ਹੋਏ ਨੇ ਤੇ ਜਪਜੀ ਸਾਹਿਬ ਵੀ ਪੂਰਾ ਨਹੀਂ ਕਰਦੇ। ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ। ਜਦੋਂ ਵੀ ਵਿਆਖਿਆ ਹੋਵੇ ਆਪਣੀ ਕਲਾਸ ਪਹਿਲਾਂ ਚੈੱਕ ਕਰ ਲੈਣੀ ਚਾਹੀਦੀ, ਖਿਆਲ ਰੱਖੋ। ਇਹ ਉਹ ਨੇ ਜਿਨ੍ਹਾਂ ਨੇ ਬਹੁਤ ਕਰ ਲਿਆ, ਕਿਉਂਕਿ ਸਾਡਾ ਮਨ ਸਹਾਰਾ ਲੈਂਦਾ ਹੈ। ਇਹ ਉਹ ਨੇ ਜਿਨ੍ਹਾਂ ਨੇ ਜਪਜੀ ਸਾਹਿਬ ਨੂੰ ਇੱਕ ਇੱਕ ਰੋਮ ਵਿੱਚ ਵਸਾ ਲਿਆ। ਉਹਨਾਂ ਦੀ ਗੱਲ ਕਰ ਰਿਹਾ। ਅਜੇ ਆਪਾਂ ਸ਼ੁਰੂ ਨਹੀਂ ਕੀਤਾ, ਸਾਡੀ ਕਲਾਸ ਨਹੀਂ। ਇੱਥੇ ਅਸੀਂ ਭੁਲੇਖਾ ਖਾ ਜਾਂਦੇ ਹਾਂ। ਉਹਨਾਂ ਨੂੰ ਕਿਸੇ ਪੁੱਛਿਆ ਜੀ ਤੁਸੀਂ ਤੇ ਜਪਜੀ ਸਾਹਿਬ ਵੀ ਪੂਰਾ ਨਹੀਂ, ਕਹਿਣ ਲੱਗੇ ਜੀ ਪੜ੍ਹਦੇ ਆ। ਕਹਿੰਦੇ ਮੈਂ ਆਪ ਵੇਖਿਆ 2 ਪੌੜੀਆਂ ਪੜ੍ਹ ਕੇ ਚੁੱਪ ਹੋ ਗਿਆ, ਬਾਅਦ ਵਿੱਚ ਉੱਥੇ ਹੀ ਗੁਟਕਾ ਸਾਹਿਬ ਉੱਥੇ। ਕਹਿਣ ਲੱਗੇ ਸੱਜਣਾ ਪੜ੍ਹਦਾ ਜ਼ਰੂਰ ਆ ਪਰ ਫਰਕ ਪੈ ਗਿਆ। ਹੁਣ ਕਿਵੇਂ? ਕਹਿੰਦੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਸਾਰਾ ਪੜ੍ਹਦਾ ਸੀ ਮੈਂ, ਸਹਿਜੇ ਸਹਿਜੇ ਅੱਧ ਵਿੱਚ ਗੱਲ ਆ ਗਈ। ਅੱਧ ਵਿੱਚ ਕਿਵੇਂ? ਕਹਿਣ ਲੱਗੇ ਅੱਧਾ ਮੈਂ ਕਰਦਾ ਸੀ ਤੇ ਅੱਧਾ ਗੁਰੂ ਨਾਨਕ ਸਾਹਿਬ ਕਰਾਉਂਦੇ ਸੀ, ਮੈਂ ਚੁੱਪ ਕਰ ਜਾਂਦਾ ਸੀ। ਫਿਰ ਕੀ ਹੋਇਆ? ਕਹਿਣ ਲੱਗੇ ਹੁਣ ਤੇ ਗੱਲ ਇੱਥੇ ਆ ਗਈ, ਬਸ ਇੱਕ ਓਂਕਾਰ ਕਹਿਣ ਦੀ ਦੇਰ ਹੈ, ਬਾਕੀ ਬਾਬਾ ਹੀ ਬੋਲਦਾ ਸਾਰਾ, ਮੈਨੂੰ ਬੋਲਣ ਦੀ ਲੋੜ ਨਹੀਂ ਹੈ। ਇਹ ਉਹ ਦਸ਼ਾ ਜਿੱਥੇ ਨਾਮਦੇਵ ਕਹਿੰਦੇ ਨਾਮਾ ਕਹਿਤ ਲੋਚਨਾ, ਮੁਖ ਤੇ ਰਾਮ ਸ਼ਮਾਰ, ਹਾਥ ਪਾਏ ਕਰ ਕੰਮ ਸਭ ਚੀਤ ਨਿਰੰਜਨ ਨਾਲ। ਪਰ ਇਹ ਖਿਆਲ ਰੱਖਣਾ ਚਾਹੀਦਾ ਸਾਡਾ ਮਨ ਬਹੁਤ ਸ਼ੈਤਾਨ ਹੈ। ਅਜੇ ਕਦੀ ਗੁਟਕਾ ਸਾਹਿਬ ਪੜ੍ਹਿਆ ਨਹੀਂ ਤੇ ਕਿਤੇ ਕਥਾ ਸੁਣ ਕੇ ਨਾ ਕਹਿਣਾ ਜੀ ਬਸ ਇੱਕ ਓਂਕਾਰ ਕਹਿ ਦਿੱਤਾ, ਪੜ੍ਹਿਆ ਗਿਆ ਗੁਰੂ ਗ੍ਰੰਥ ਸਾਹਿਬ। ਕਰਾਂਗੇ ਅਸੀਂ ਵੈਸੇ, ਕਿਉਂਕਿ ਬਚਣਾ ਚਾਹੁੰਦੇ ਹਾਂ। ਤਰੀਕਾ ਬਹੁਤ ਵਧੀਆ ਹੈ। ਇਸ ਲਈ ਮੈਂ ਬੇਨਤੀ ਕਰਿਆ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਸੁਪਰ ਟੀਚਿੰਗ ਸਿਸਟਮ, ਵਿਆਪਕ ਸਿੱਖਿਆ ਉਹਦੇ ਵਿੱਚ, ਬਿਲਕੁਲ ਨੀਵੇਂ ਮਨੁੱਖ ਤੋਂ ਲੈ ਕੇ ਤੇ ਜਿਹੜਾ ਬਿਲਕੁਲ ਰੱਬ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਤੇ ਜਦੋਂ ਉੱਥੇ ਉਪਦੇਸ਼ ਦਿੱਤੇ ਜਾਂਦੇ ਨੇ, ਹੁਣ ਸਾਡੇ ਵਰਗੇ ਵੀ ਕਹਿ ਦਿੰਦੇ, ਵੇਖੋ ਨਾਮਦੇਵ ਕਹਿੰਦੇ ਜੀ ਮੂੰਹ ਜਪੋ ਨਾਮ ਤੇ ਹੱਥਾਂ ਨਾਲ ਕਰੋ ਕੰਮ, ਭਾਵੇਂ ਗਾਲਾਂ ਕੱਢੀ ਜੋ, ਕਹਿੰਦੇ ਬਸ ਨਾਮ ਜਪਿਆ ਗਿਆ। ਇਹ ਹਾਲਾਤ ਹੈ ਸਾਡੇ। ਵੇਖਿਆ ਨੇ ਵੀ ਉਹ ਜਿਨ੍ਹਾਂ ਨੇ ਮੂੰਹ ਤੋਂ ਨਾਮ ਜਪ ਕੇ ਅੰਦਰ ਜੁੜਿਆ ਰਹਿੰਦਾ, ਜਿਨ੍ਹਾਂ ਦਾ ਕੰਮ ਕਰਦੇ ਆ, ਵੀ ਉਹਨਾਂ ਪਿਛੋਕੜ ਵਿੱਚ ਬੈਕ ਸਾਈਡ ਵਿੱਚ ਕੰਮ ਕਿੰਨਾ ਕੀਤਾ, ਕਿੰਨੀ ਬੰਦਗੀ ਕੀਤੀ ਹੈ। ਇਹਨਾਂ ਵਿਆਖਿਆਵਾਂ ਦਾ ਇਹ ਗਲਤ ਅਸਰ ਹੋਇਆ। ਮੈਂ ਆਮ ਵੇਖਿਆ ਲੋਕਾਂ ਨੂੰ ਇੱਕ ਹੱਥ ਵਿੱਚ ਸੁਖਮਣੀ ਸਾਹਿਬ ਦਾ ਗੁਟਕਾ ਫੜਿਆ, ਦੂਜੇ ਹੱਥ ਨਾਲ ਸੌਦਾ ਤੋਲੀ ਜਾਂਦੇ, ਦੁਕਾਨ ਤੇ ਬੈਠੇ। ਕਹਿੰਦੇ ਜੀ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਤੇ ਨਾਮ ਜਪੋ। ਇਸ ਤਰ੍ਹਾਂ ਨਹੀਂ ਸੀ ਕਿਹਾ।
ਇੱਕ ਸੱਜਣ ਅੱਗੇ ਬ੍ਰਸ਼ ਕਰ ਰਿਹਾ ਸੀ, ਕਹਿੰਦੇ ਵਿੱਚ ਵਿੱਚ ਵਾਹਿਗੁਰੂ ਦੀ ਆਵਾਜ਼ ਆ, ਕਹਿੰਦੇ ਜੀ ਇਕੱਠਾ ਹੀ ਕਰ ਲਈਦਾ ਸਾਰਾ ਕੁਝ। ਇਹ ਸਾਡੀਆਂ ਆਪਣੀਆਂ ਆਦਤਾਂ ਨੇ। ਜਿਨ੍ਹਾਂ ਨੇ ਉਹ ਉਸ ਅਵਸਥਾ ਤੱਕ ਗਏ ਨੇ, ਉਹਨਾਂ ਨੇ ਸ਼ੁਰੂ ਤੇ ਕੀਤਾ ਸੀ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਕੰਮ ਇੱਥੋਂ ਸ਼ੁਰੂ ਕੀਤਾ ਸੀ, ਪਰ ਸਹਿਜੇ ਸਹਿਜੇ ਮਕਾਨ ਬਣਦਾ ਹੈ। ਯਾਦ ਰੱਖਣਾ ਚਾਹੀਦਾ ਹੈ, ਅੱਜ ਜਿਸ ਮਕਾਨ ਵਿੱਚ ਬੈਠੇ ਆ ਨਾ, ਇਹ ਇਸ ਤਰ੍ਹਾਂ ਹੀ ਨਹੀਂ ਸੀ। ਪਹਿਲਾਂ ਇਹਦੀ ਇੱਕ ਇੱਟ, ਫਿਰ ਦੂਸਰੀ, ਫਿਰ ਤੀਸਰੀ, ਇਸ ਤਰ੍ਹਾਂ ਬਣਿਆ। ਜੀਵਨ ਦਾ ਜਿੰਨਾ ਵੀ ਮਕਾਨ, ਜੋ ਵੀ ਅਸੀਂ ਸ਼ੁਭ ਕਰਨੇ ਆ, ਉਹ ਇੱਕ ਕਦਮ ਤੋਂ ਸ਼ੁਰੂ ਹੋਵੇਗਾ, ਇੱਕੋ ਦਮ 1000 ਕਦਮ ਇਕੱਠਾ ਨਹੀਂ ਜਾਏਗਾ। ਇੱਕ ਇੱਕ ਕਦਮ ਰਸਤੇ ਨੂੰ ਛੋਟਾ ਕਰਦਾ ਹੈ ਤੇ ਮਨੁੱਖ ਅੱਗੇ ਵੱਧਦਾ ਹੈ। ਤੇ ਫਿਰ ਐਸਾ ਸਮਾਂ ਆ ਜਾਂਦਾ ਜਿੱਥੇ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਨਾਮਦੇਵ ਜੀ ਕਹਿ ਰਹੇ ਨੇ ਤਿਰਲੋਚਨ ਜੀ ਨੂੰ ਵੀ ਤੂੰ ਮੇਰੇ ਵੱਲ ਨਾ ਵੇਖ, ਤੂੰ ਆਪਣੀ ਕਲਾਸ ਦੀ ਖੋਜ ਕਰ, ਤੂੰ ਕਿਹਦੇ ਵਿੱਚ ਪੜ੍ਹ ਰਿਹਾ, ਤੇਰੇ ਵਾਸਤੇ ਉਪਦੇਸ਼ ਕੰਮ ਦੇਗਾ। ਨਾਮਦੇਵ ਹੁਣ ਭਾਵੇਂ ਗੱਲਾਂ ਵੀ ਕਰੀ ਜਾਂਦਾ ਗ੍ਰਾਹਕਾਂ ਨਾਲ, ਤੇ ਭਾਵੇਂ ਕੱਪੜੇ ਡੁਬੋਈ ਜਾਂਦਾ ਪਾਣੀ ਵਿੱਚ, ਨਾਮਦੇਵ ਦੀ ਅੰਦਰਲਾ ਧਾਗਾ ਨਹੀਂ ਟੁੱਟਦਾ, ਤਾਰ ਵੱਜੀ ਰਹਿੰਦੀ ਹੈ। ਤੂੰ ਵੇਖ ਤੇਰੇ ਵਿੱਚ ਉਹ ਤਾਰ ਬਣੀ ਹੈ ਕਿ ਨਹੀਂ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ, ਔਰ ਇਹ ਸ਼ਲੋਕ ਬੜੀ ਲੰਬੀ ਵਿਆਖਿਆ ਰੱਖਦੇ ਨੇ ਚਾਰੇ। ਆਪਾਂ ਯਤਨ ਕਰਾਂਗੇ ਇਸੇ ਵਿਸ਼ੇ ਤੇ। ਫਿਰ ਨਾਮਦੇਵ ਨੇ ਤਿਰਲੋਚਨ ਜੀ ਨੂੰ ਕੀ ਸਮਝਾਇਆ ਕਿ ਤੂੰ ਕਿਹੜੀ ਥਾਂ ਤੋਂ ਤੁਰਿਆ, ਮੈਂ ਕਿਹੜੀ ਥਾਂ ਤੇ ਹਾਂ, ਆਪਾਂ ਕੱਲ ਵਿਚਾਰਾਂਗੇ। ਆਓ ਅਖੀਰ ਤੇ ਗੁਰੂ ਸ਼ਬਦ ਨਾਲ 1-2 ਮਿੰਟ ਜੁੜੀਏ। ਸਾਰਿਆਂ ਨੇ ਕੋਈ ਵੀ ਰਸਨਾ ਖਾਲੀ ਨਹੀਂ ਰਹਿਣੀ ਚਾਹੀਦੀ। ਵਾਹਿਗੁਰੂ 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 ਵਾਹਿਗੁਰੂ। ਸੋ ਸਾਧ ਸੰਗਤ ਦੀ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ